विरसा जिसमें अमृत ज्ञान है, मानिक भगत वैराग। श्री गुरु ग्रंथ साहिब ओदध बंदों कर एकंकारा सतगुरु, जह प्रसाद सच होए। वाहिगुरु जी की फतेह है। विघ्न विनाशन सो। वाहिगुरु जी की फतेह है। विघ्न विनाशन सोए। शब्द करो किसको किसते तुम पावा, करनहार अब ऐकन है जिन शुभ पद गावा। सुन तो रोम हरकन भयो, मन प्रेम बधायो। मेरे हेत उदार गे ये रुचर बनायो। वाहिगुरु जी का खालसा, वाहिगुरु जी की फतेह। पतित पावन भगत वशल करुणा निदान धन धन साहिब सतगुरु श्री गुरु ग्रंथ साहिब जी महाराज जी की पावन पवित्र हजूरी अंदर सुभाईमान होके लड़ीवार गुर इतिहास की पावन पवित्र चल रही कथा आप जी सरवण कर रहे हो। वडभागे हो गुरु सवारे खालसा जी। पिछे चल रही लड़ी विच आपने सुनिया है कि बाबा अमरदास जी जो बाद दे विच तीसरे सतगुरु गुरु अमरदास जी बने, उन्हां दा मिलाप गुरु अंगद देव साहिब जी महाराज नाल किवें हुंदा है, उस मिलाप दा की सबब बनता है, वो प्रसंग चल रहा है। पिछे आपने भी सुनिया कि बजुर्ग बाबा अमरदास जी जिंदगी का वड्डा हिस्सा तीर्थां ते इशनान करदे अपना समा लगाउंदे, पर एक बार एक ऐसा गुरमुख मिलिया जिसने पूछ लिया कि तुहाडा गुरु कौन है। अगों इन्हां ने ये गल आखी, मैं तो कोई गुरु धारिया ही नहीं हजे तक। उन्हें अगों ये गल कह दी अपने सुभाव मुताबक, कहंदा निगुरे बंदे की संगत करके मेरा सब कीता कराया खत्म हो गया। ਉਹਦੀ ਗੱਲ दिल ਨੂੰ लग गई, मन ਵਿੱਚ चोट कर गई। सारी रात बैराग ਦੇ हंझू डिगते रहे। अगला दिन लंघ गया, अगली फिर रात लंघ गई और बेनतियां कीतियां परमात्मा वाहिगुरू अगे कि जेकर हे परमात्मा, हे रब, हे सच्चे वाहिगुरू, मैनू पूरा गुरु मिले तो ठीक है, नहीं तो मैं कुछ खाना पीना ही नहीं, बस जिंद जाती है तो जावे। इस तरह की दशा विच बीबी अमरो जो गुरु अंगद देव जी महाराज जी की पुत्री है, बाबा अमरदास जी के भतीजे भाई जस्सू नूं विआही है। उन्हें अमृत वेले उठ के जदों काम धंधा शुरू किया, सिमरन तो बाद समाधि तो बाद उच्ची उच्ची बाणी पढ़ती रही।
ਜਿਉਂ ਉੱਚੀ ਬਾਣੀ ਪੜ੍ਹੀ, ਬਾਣੀ ਸੁਣ ਕੇ ਮਨ ਮੋਮ ਹੋ ਗਿਆ, ਪਿੰਗਲ ਗਿਆ। ਮਾਨੋ ਕਿ ਬਾਣੀ ਦੇ ਸ਼ਬਦ ਸਿੱਧੇ ਉਹਨਾਂ ਬਾਬਾ ਅਮਰਦਾਸ ਜੀ ਬਜ਼ੁਰਗਾਂ ਦੇ ਹਿਰਦੇ 'ਚ ਉਤਰਦੇ ਗਏ। ਕਈ ਸ਼ਬਦ ਬੀਬੀ ਨੇ ਪੜ੍ਹੇ, ਉਹਨਾਂ ਵਿੱਚੋਂ ਇੱਕ ਸ਼ਬਦ ਮਾਰੂ ਰਾਗ ਦਾ ਮਹੱਲਾ ਪਹਿਲਾ, ਘਰ ਪਹਿਲੇ ਦੇ ਅੰਦਰ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ। ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ। ਰਾਸ ਰਸ ਚੋਗ ਚੁਗੈ ਨਿਤ ਫਾਸੈ, ਛੂਟ ਸਮੂੜੇ ਕਵਣ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਪਿਆ ਮਨੂਰ ਕੰਚਨ ਤਬ ਹੋਵੈ, ਪਿਆ ਮਨੂਰ ਕੰਚਨ ਫਿਰ ਹੋਵੈ। ਜੇ ਗੁਰ ਮਿਲੈ ਤਿਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ। ਤਉ ਨਾਨਕ ਤ੍ਰਿਸ਼ਟਸ ਦੇਹਾ। ਜਿਹਦੇ ਭਾਵਨੇ ਦਿਨ ਰਾਤ ਜਿਹੜੇ ਕੰਮ ਕਰਦਾ, ਫਾਹੀਆਂ ਵਿੱਚ ਬੰਦਾ ਫਸ ਰਿਹਾ, ਹਰ ਘੜੀ ਫਾਹੀਆਂ ਦੀ ਤਰ੍ਹਾਂ ਬੰਦੇ ਨੂੰ ਫਸਾ ਰਹੀ ਹੈ। ਮਾਇਆ ਦੇ ਚੋਗ ਪੰਛੀ ਦੀ ਤਰ੍ਹਾਂ ਚੁਗ ਰਿਹਾ, ਜਿਵੇਂ ਪੰਛੀ ਚੋਗ ਵਿੱਚ ਲੱਗ ਕੇ ਜਾਲ 'ਚ ਫਸਦਾ ਹੈ। ਇਸ ਤਰੀਕੇ ਪ੍ਰਮਾਤਮਾ ਨੂੰ ਭੁੱਲ ਕੇ ਇਹ ਇਨਸਾਨ ਆਪਣੇ ਜੀਵਨ ਦੇ ਚੰਗੇ ਸ਼ੁਭ ਗੁਣ ਗਵਾਈ ਜਾਂਦਾ ਹੈ। ਜੋ ਕੁਝ ਕਰਦਾ ਹੈ, ਲੇਖ ਲਿਖੇ ਜਾ ਰਹੇ ਨੇ, ਤੇ ਮਨੁੱਖ ਦੇ ਅੰਦਰ ਸਰੀਰ ਇੱਕ ਭੱਠੀ ਬਣਿਆ ਪਿਆ ਹੈ। ਪੰਜ ਅੱਗਾਂ ਵਿਸ਼ਿਆਂ ਦੀਆਂ, ਕਾਮ ਕ੍ਰੋਧ ਲੋਭ ਦੀਆਂ ਅੰਦਰ ਲੱਗ ਰਹੀਆਂ ਨੇ। ਮਨ ਸੜ ਕੇ ਮਨੂਰ ਹੋ ਗਿਆ, ਭੈੜਾ ਗੰਦਾ ਲੋਹਾ ਜਿਵੇਂ ਹੁੰਦਾ ਹੈ, ਤੇ ਚਿੱਤ ਚਿੰਤਾ ਦਾ ਮਾਰਿਆ ਪਿਆ ਹੈ। ਇਹੋ ਜਿਹੇ ਜੀਵ ਦਾ ਵੀ ਉਧਾਰ ਹੋ ਸਕਦਾ ਜੇ ਪੂਰਨ ਗੁਰੂ ਮਿਲ ਪਵੇ। ਜਿਵੇਂ ਲੋਹੇ ਨੂੰ ਪਾਰਸ ਛੂਹ ਲਵੇ ਤੇ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਅਗਰ ਇਨਸਾਨ ਚਿੰਤਾਵਾਂ, ਦੁੱਖਾਂ, ਪਰੇਸ਼ਾਨੀਆਂ ਦਾ ਭਰਿਆ ਵੀ ਹੋਵੇ, ਪੂਰਨ ਗੁਰੂ, ਗੁਰੂ ਨਾਨਕ ਵਰਗਾ ਮਿਲ ਜਾਏ ਤੇ ਜੀਵਨ ਦਾ ਉਧਾਰ ਹੋ ਜਾਂਦਾ ਹੈ। ਇਹ ਸ਼ਬਦ ਜਿਸ ਵਕਤ ਬਾਬਾ ਅਮਰਦਾਸ ਜੀ ਨੇ ਸੁਣਿਆ, ਸੁਣ ਕੇ ਬੀਬੀ ਅਮਰੋ ਦੇ ਅੱਗੇ ਬੜੀ ਆਜ਼ਜੀ ਦੇ ਨਾਲ, ਸਤਿਕਾਰ ਦੇ ਨਾਲ ਜੋ ਵਚਨ ਕੀਤੇ, ਜੋ ਗੱਲਬਾਤ ਹੋਈ, ਉਹ ਆਪ ਜੀ ਪ੍ਰੇਮ ਨਾਲ ਸੁਣੋ। ਕਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਤੱਕ ਪਹੁੰਚਦੇ ਆ। ਹੋਏ ਵਿਚੋਲਾ ਆਣ ਮਿਲਾਵੈ, ਕੋਈ ਵਿਚੋਲਾ ਬਣਦਾ ਹੈ ਤੇ ਕਾਰਜ ਸਿਰੇ ਚੜ੍ਹਿਆ, ਉਹ ਕਿਵੇਂ ਹੋਇਆ ਸੁਣਦੇ ਹਾਂ। ਹਾਜ਼ਰੀਆਂ ਲਵਾਓ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਬਦ ਕਰਿਓ ਕਿਸ ਕੋ ਮਹਿ, ਕਿਸੇ ਤੋਂ ਪਾਵਾ। ਸੁਣ ਕੇ ਸਤਿਗੁਰ ਸ਼ਬਦ ਕੋ ਮਨ ਭਇਓ ਹੁਲਾਸਾ। ਸੁਣ ਕੇ ਸ਼ਬਦ ਮਨ ਨੂੰ ਚਾਅ ਚੜ੍ਹ ਗਿਆ ਤੇ ਕਹਿਣ ਲੱਗੇ, ਕਹਿੰਦੇ ਬੇਟਾ ਇਹ ਦੱਸ, ਬੇਟਾ ਬੀਬੀ ਅਮਰੋ ਤੂੰ ਮੇਰੀ ਧੀਆਂ ਵਰਗੀ ਹੈ, ਰਿਸ਼ਤੇ ਕਰਕੇ ਉਮਰ 'ਚ ਵੀ ਮੇਰੇ ਤੋਂ ਛੋਟੀ ਹੈ, ਪਰ ਜੋ ਤੇਰੀ ਆਤਮਿਕ ਅਵਸਥਾ ਹੈ, ਜੋ ਤੇਰੀ ਮਾਨਸਿਕ ਦਸ਼ਾ ਹੈ, ਉਹ ਬਹੁਤ ਉੱਚੀ ਹੈ। ਤੇ ਜਦੋਂ ਕੁਝ ਲੈਣਾ ਹੋਵੇ ਉਦੋਂ ਫਿਰ ਨਿਮਰਤਾ ਨਾਲ, ਪ੍ਰੇਮ ਨਾਲ, ਆਜ਼ਜੀ ਨਾਲ ਗੱਲ ਕਰਨੀ ਪੈਂਦੀ ਹੈ। ਅਵਲਾਖੀ ਹੋਵੇ, ਜਗਿਆਸਾ ਹੋਵੇ ਤਾਂ ਗੱਲ ਬਣਦੀ ਹੈ। ਆਖਣ ਲੱਗੇ ਬਜ਼ੁਰਗ, ਬੇਟਾ ਇਹ ਜਿਹੜਾ ਤੂੰ ਸ਼ਬਦ ਪੜ੍ਹਿਆ ਹੈ ਕਿਹਦਾ ਹੈ? ਕਿਸ ਮਹਾਂਪੁਰਸ਼ ਨੇ ਇਹ ਤੈਨੂੰ ਦਿੱਤਾ ਹੈ, ਜਾਂ ਕਿਸ ਦੀ ਰਚੀ ਹੋਈ ਇਹ ਬਾਣੀ ਹੈ, ਇਹ ਇਲਾਹੀ ਬੋਲ ਹਨ, ਇਹ ਦੱਸ ਦਿਓ। ਬੇਟਾ ਇਹ ਜਿਹਨੇ ਇਹ ਇੰਨਾ ਸੋਹਣਾ ਸ਼ਬਦ ਗਾਇਆ, ਜਾਂ ਜਿਹਦੀ ਇਹ ਰਚਨਾ ਹੈ, ਉਹ ਹੈ ਇਸ ਦੁਨੀਆ ਤੇ ਧਰਤੀ ਤੇ ਹੈ? ਜਿਹਦੀ ਇਹ ਰਚਨਾ ਹੈ
ਇਹ ਪਾਵਨ ਬਾਣੀ ਸੁਣ ਕੇ ਮੇਰਾ ਰੋਮ ਰੋਮ ਇਸ ਬਾਣੀ ਦੇ ਵਿੱਚ ਖੁੱਭ ਗਿਆ। ਇਹ ਤੇ ਮੇਰੇ ਅੰਦਰ ਤੱਕ ਉਤਰ ਗਈ, ਮੇਰੇ ਮਨ ਨੂੰ ਦੇਸ਼ ਕਾਲ ਭੁੱਲ ਗਿਆ। ਮੈਨੂੰ ਇਹ ਨਹੀਂ ਪਤਾ ਮੈਂ ਕਿੰਨਾ ਸਮਾਂ ਇਸ ਕਿਹੜੇ ਸਮੇਂ ਦਾ ਖੜਾ ਤੇ ਕਿੱਥੇ ਖੜਾ, ਸਭ ਕੁਝ ਭੁੱਲ ਗਿਆ। ਉਹਨੂੰ ਕਹਿੰਦੇ ਦੇਸ਼ ਕਾਲ ਤੋਂ ਪਰੇ ਹੋ ਜਾਣਾ। ਤੇ ਇਹ ਕੁਝ ਮੇਰੇ ਨਾਲ ਹੋਇਆ ਹੈ। ਮੈਨੂੰ ਤੇ ਇਉਂ ਜਾਪਦਾ ਹੈ ਕਿ ਸ਼ਬਦ ਮੇਰੇ ਉਧਾਰ ਲਈ ਬਣਾਇਆ, ਇਹ ਤੇ ਮੇਰਾ ਭਲਾ ਕਰਦਾ ਹੈ। ਇਉਂ ਲੱਗਦਾ ਮੇਰੇ ਉੱਤੇ ਹੀ ਲਾਗੂ ਹੁੰਦਾ ਹੈ। ਬਾਣੀ 'ਚ ਖਾਸੀਅਤ ਹੈ। ਕੋਈ ਬੰਦਾ ਕੋਈ ਕਿਤੋਂ ਆਉਂਦਾ, ਕੋਈ ਕਿਤੋਂ ਆਉਂਦਾ, ਅੰਮ੍ਰਿਤ ਵੇਲੇ ਦਾ ਹੁਕਮ ਇੱਕੋ ਹੀ ਹੁੰਦਾ ਹੈ। ਉਹਦੀ ਵਿਚਾਰ, ਉਹਦੀ ਕਥਾ ਸੁਣਦਿਆਂ ਹਰੇਕ ਬੰਦੇ ਨੂੰ ਲੱਗਦਾ ਮੇਰੀ ਅੰਦਰ ਦੀ ਜੋ ਮਨਸਾ ਸੀ ਜਾਂ ਜੋ ਮੇਰਾ ਸਵਾਲ ਸੀ ਉਹਦਾ ਉੱਤਰ ਮਿਲ ਗਿਆ। ਇਹੀ ਤਾਂ ਪੂਰੇ ਗੁਰੂ ਦੀ ਤਾਕਤ ਹੈ। ਬੰਦਾ ਇੱਕ ਹੁੰਦਾ, ਹਜ਼ਾਰਾਂ ਸ਼ੀਸ਼ੇ ਹੋਣ, ਹਜ਼ਾਰਾਂ ਸ਼ੀਸ਼ਿਆਂ 'ਚ ਬੰਦੇ ਦਾ ਮੂੰਹ ਦਿਸ ਪੈਂਦਾ। ਇੱਦਾਂ ਹੀ ਗੁਰੂ ਦਾ ਹੁਕਮ ਉਪਦੇਸ਼ ਇੱਕੋ ਹੀ ਹੈ। ਜਿਸ ਦੀ ਜਿਸ ਤਰ੍ਹਾਂ ਦੀ ਬੰਦੇ ਦੀ ਅਵਸਥਾ ਹੈ, ਜੋ ਸੋਚ ਹੈ, ਉਸ ਅਨੁਸਾਰ ਉਹਨੂੰ ਉੱਤਰ ਗੁਰੂ ਜੀ ਦੇ ਦਿੰਦੇ ਹਨ। ਹਰੇਕ ਗੁਰਸਿੱਖ ਨੂੰ ਇਉਂ ਲੱਗਦਾ ਹੈ ਇਹ ਸ਼ਬਦ ਤੇ ਮਾਨੋ ਮੇਰੀ ਜ਼ਿੰਦਗੀ 'ਤੇ ਢੁੱਕਦਾ ਹੈ, ਇਹ ਗੱਲ ਤੇ ਮੇਰੇ ਉੱਤੇ ਲੱਗਦੀ ਹੈ। ਕਈ ਬੰਦੇ ਆਪਣਾ ਸੁਧਾਰ ਵੀ ਕਰ ਲੈਂਦੇ ਆ, ਕਈ ਬੰਦੇ ਸਗੋਂ ਈਰਖਾ ਕਰਨ ਲੱਗ ਜਾਂਦੇ, ਕਹਿਣ ਲੱਗ ਜਾਂਦੇ ਖੌਰੇ ਤੂੰ ਮੇਰੇ 'ਤੇ ਲਾ ਕੇ ਗੱਲ ਆਖੀ ਹੈ। ਗੁਰੂ ਦੀ ਹਜ਼ੂਰੀ 'ਚ ਕਦੇ ਵੀ ਕਿਸੇ ਨੂੰ ਲਾ ਕੇ ਗੱਲ ਕਰਨੀ ਪਾਪ ਹੈ। ਕਦੇ ਵੀ ਕਿਸੇ ਨੂੰ ਜਾਤੀ, ਕਿਸੇ ਦੇ ਉੱਤੇ ਕਟਾਕਸ਼ ਕਰਨਾ ਬਹੁਤ ਮਾੜੀ ਗੱਲ ਹੈ। ਪਰ ਜੇ ਗੁਰੂ ਕੀ ਬਾਣੀ ਦਾ ਉਪਦੇਸ਼ ਆ ਰਿਹਾ ਹੋਵੇ, ਸਾਡੀ ਜ਼ਿੰਦਗੀ ਦੀ ਕੋਈ ਘਾਟ ਬਾਣੀ ਦੇ ਵਿੱਚ ਆ ਜਾਏ ਔਰ ਦੱਸੇ ਵੀ ਇਹ ਗਲਤ ਹੈ, ਤਾਂ ਸਾਨੂੰ ਰੁਕ ਜਾਣਾ ਚਾਹੀਦਾ ਹੈ, ਨਾ ਕਿ ਵਿਰੋਧ ਕਰਨਾ ਚਾਹੀਦਾ। ਦੋਵੇਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਬਾਬਾ ਅਮਰਦਾਸ ਜੀ ਨੇ ਆਖਿਆ, ਬੇਟਾ ਇਹ ਸ਼ਬਦ ਤੇ ਮਾਨੋ ਇਉਂ ਲੱਗਦਾ ਸਾਰੀ ਮੇਰੀ ਆਪਣੀ ਅੰਦਰ ਦੀ ਦਸ਼ਾ ਹੈ। ਇਉਂ ਆਖਿਆ ਅੱਗੋਂ ਗੁਰੂ ਅੰਗਦ ਦੇਵ ਜੀ ਦੀ ਸੁਚੱਜੀ ਭਾਗਾਂ ਵਾਲੀ ਵਡਭਾਗਣ ਧੀ ਨੇ ਆਖਿਆ, ਗੁਣਵੰਤੀ ਨੇ, ਕਹਿੰਦੀ ਬਾਬਾ ਜੀ ਇਹ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ, ਜੋ ਪੂਰਨ ਗੁਰੂ ਹੋਏ ਹਨ। ਇਹ ਉਹਨਾਂ ਦੀ ਪਾਵਨ ਰਚਨਾ ਹੈ, ਇਹ ਉਹਨਾਂ ਦਾ ਸ਼ਬਦ ਹੈ ਜਿਹਦੇ 4 ਪਦ ਬੜੇ ਸੋਹਣੇ ਹਨ। ਬਾਬਾ ਜੀ ਇਹ ਇੱਕ ਸ਼ਬਦ ਨਹੀਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਕਿੰਨੇ ਹੀ ਸਾਰੇ ਸ਼ਬਦ ਹਨ। ਉਹਨਾਂ ਦੇ ਮੁਖਾਰਵਿੰਦ 'ਚੋਂ ਬੜੇ ਸਾਰੇ ਸ਼ਬਦ ਉਚਾਰਨ ਹੋਏ ਹਨ। ਜਿਹਨੂੰ ਪ੍ਰੇਮ ਨਾਲ ਪੜ੍ਹਿਆ ਜਾਏ, ਪ੍ਰੇਮ ਨਾਲ ਅਗਰ ਸੁਣਿਆ ਜਾਏ ਉਸ ਬਾਣੀ ਨੂੰ, ਤੇ ਬੀਬੀ ਅਮਰੋ ਕਹਿੰਦੀ ਮੈਨੂੰ ਤਾਂ ਯਕੀਨ ਹੈ ਕਿ ਇਹ ਪਾਵਨ ਬਾਣੀ ਬੰਦੇ ਨੂੰ ਸੰਸਾਰ ਸਾਗਰ ਤੋਂ ਤਾਰ ਦਿੰਦੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਦੀ ਪੁੱਤਰੀ ਕਹਿੰਦੀ ਹੈ, ਕਹਿੰਦੀ ਮੈਨੂੰ ਯਕੀਨ ਹੈ ਕਿ ਬਾਣੀ ਨੂੰ ਪੜ੍ਹਿਆ ਸੁਣਿਆ ਪਾਰ ਉਤਾਰਾ ਹੋ ਜਾਂਦਾ ਹੈ। ਕਹਿੰਦੇ ਸੁਣਿਆ ਬਾਣੀ ਨੂੰ, ਪੜ੍ਹਿਆ ਭਲਾ ਹੁੰਦਾ ਹੈ। ਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਬਾਣੀ ਨੂੰ ਬੜਾ ਪੜ੍ਹਦੇ ਆ, ਬੜਾ ਸੁਣਦੇ ਆ। ਬਾਣੀ ਨੂੰ ਕੋਈ ਪੜ੍ਹ ਲਏ, ਕੋਈ ਸੁਣ ਲਏ, ਉੱਡਾ ਹੀ ਫਲ ਹੈ। ਕੋਈ ਗਾਵੈ ਖੋ ਸੁਣੈ ਹਰਨਾਮਾ, ਚਿੱਤ ਲਾਏ ਕਹਿ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਕਹਿੰਦੇ ਇਹਦੇ 'ਚ ਸ਼ੰਕਾ ਕਰਨ ਵਾਲੀ ਗੁੰਜਾਇਸ਼ ਹੀ ਨਹੀਂ, ਪਰਮਗਤੀ ਮਿਲੂਗੀ ਮਿਲੂਗੀ। ਕਈ ਬੰਦੇ ਕਹਿ ਦਿੰਦੇ ਜੀ ਮੈਂ ਤੇ ਹੁਣ ਬਾਣੀ ਪੜ੍ਹ ਲਈ, ਫਾਇਦਾ ਕੀ ਹੋਇਆ। ਭਾਈ ਗੁਰਦਾਸ ਜੀ ਨੂੰ ਕਿਸੇ ਨੇ ਆਖਿਆ ਸੀ ਇੱਕ ਵਾਰ ਕਿ ਬਾਣੀ ਪੜ੍ਹਦੇ ਹਾਂ ਜੀ 2 ਮਹੀਨੇ ਹੋ ਗਏ, ਮਹੀਨਾ ਹੋ ਗਿਆ, ਫਾਇਦਾ ਤੇ ਹੋਇਆ ਨਹੀਂ, ਕੋਈ ਸਾਲ ਵੀ ਹੋ ਗਿਆ।
ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਉਦਾਹਰਨ ਦਿੱਤੇ ਹੋਏ ਆ। ਉਹਨਾਂ ਨੇ ਉਦਾਹਰਨਾਂ ਦਿੱਤੀਆਂ, ਕਹਿੰਦੇ ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸੇ ਵਿਵਿਧ ਕਰੇ ਬਿਰਖ ਵਿਥਾਰ ਜੀ। ਕਈ ਵਾਰ ਕਈ ਬੀਜ ਬੀਜਦਿਆਂ ਉਹਨਾਂ ਨੂੰ ਉਗਦਿਆਂ ਟਾਈਮ ਲੱਗ ਜਾਂਦਾ। ਕੋਈ ਬੰਦਾ ਬਹੁਤਾ ਹੀ ਕਾਲਾ ਹੋਵੇ, ਬੀਜ ਬੀਜੇ ਅਤੇ ਦੂਜੇ ਕੁ ਦਿਨ ਪੱਟ ਕੇ ਦੇਖ ਲਵੇ ਬੀਜ ਉੱਗਿਆ ਤੇ ਹੈ ਨਹੀਂ, ਮੈਨੂੰ ਨਹੀਂ ਲੱਗਦਾ ਬੀਜ 'ਚ ਕੁਛ ਹੋਊਗਾ, ਮੈਨੂੰ ਨਹੀਂ ਲੱਗਦਾ ਇਹ 'ਚੋਂ ਪੇਡਾ ਉੱਗੂਗਾ। ਇੱਦਾਂ ਨਹੀਂ ਹੁੰਦਾ। ਉਹਨੂੰ ਬੀਜਿਆ ਰਹਿਣ ਦਿਓ, ਉਹਦੇ ਵਿੱਚ ਟਾਹਣੇ ਵੀ ਆਉਣਗੇ, ਫੁੱਲ ਵੀ ਆਉਣਗੇ, ਪੱਤੇ ਵੀ ਆਉਣਗੇ, ਫਲ ਵੀ ਆਉਣਗੇ, ਟਾਹਣੀਆਂ ਵੀ ਆਉਣਗੀਆਂ, ਛਿੱਲੜ ਵੀ ਆਉਣਗੇ, ਛਾਂ ਵੀ ਆਊਗੀ, ਸਭ ਕੁਝ ਆਊ। ਉਹਨੂੰ ਲੱਗਿਆ ਰਹਿਣ ਦਿਓ। ਇੱਦਾਂ ਹੀ ਗੁਰੂ ਕੀ ਬਾਣੀ ਪਰਮਾਤਮਾ ਦੇ ਦਰ ਨਾਲ ਜੁੜਿਆ ਸਬਰ ਬੜੀ ਵੱਡੀ ਚੀਜ਼ ਹੈ। ਸਹਿਜ ਜਿਹਨੂੰ ਕਿਹਾ ਪਾਵਨ ਬਾਣੀ ਵਿੱਚ ਕਬੀਰ ਜੀ ਨੇ ਆਖਿਆ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਕਾਲਾਪਣ ਨਹੀਂ ਚਾਹੀਦਾ, ਲੱਗੇ ਰਹੋ। ਜਿਵੇਂ ਬੀਜ ਬੀਜ ਦਿੱਤਾ ਤੇ ਬੀਜ ਦਿੱਤਾ, ਇਸ ਤਰੀਕੇ ਹੌਲੀ ਹੌਲੀ ਸਮਾਂ ਪਾ ਕੇ ਵਕਤ ਆਉਂਦਾ ਹੈ ਜਦੋਂ ਫਲ ਮਿਲਦਾ ਹੈ। ਕਿਉਂ ਬੀਬੀ ਅਮਰੋ ਨੇ ਆਖਿਆ, ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਵੀ ਇਸ ਬਾਣੀ ਨੂੰ ਬੜਾ ਪੜ੍ਹਦੇ ਆ, ਬੜਾ ਸੁਣਦੇ ਹਨ, ਜ਼ਿਆਦਾ ਸੁਣਦੇ ਆ, ਹਮੇਸ਼ਾ ਹੀ ਸੁਣਦੇ ਰਹਿੰਦੇ ਆ। ਉਹਨਾਂ ਦਾ ਵੀ ਇਹੀ ਯਕੀਨ ਹੈ, ਅਕੀਦਾ ਹੈ, ਭਰੋਸਾ ਹੈ ਕਿ ਬਾਣੀ ਤੁਰਕੀ ਹੈ, ਤਾਰਨ ਵਾਲੀ ਹੈ, ਪਰ ਉਤਾਰਾ ਕਰਦੀ ਹੈ। ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਦੇ ਤਾਂ ਕੋਲ ਰਬਾਬੀ ਕੀਰਤਨੀਏ ਬਾਣੀ ਗਾਉਂਦੇ ਆ। ਕੀਰਤਨ ਵਿੱਚ ਰਬਾਬਾਂ ਲੈ ਕੇ ਰਬਾਬੀ ਜਨ ਕੀਰਤਨੀਏ ਕੀਰਤਨ ਕਰਦੇ ਹਨ। ਔਰ ਨਾਲ ਉਹਨੇ ਆਖਿਆ, ਜੇ ਤੁਸੀਂ ਆਖੋ ਗੁਰੂ ਨਾਨਕ ਦੇਵ ਜੀ ਕਿੱਥੇ ਹਨ, ਤੇ ਗੁਰੂ ਨਾਨਕ ਜੀ ਤੇ ਹੁਣ ਸੱਚਖੰਡ ਚਲੇ ਗਏ। ਉਹ ਆਪ ਤੇ ਸੱਚਖੰਡ ਚਲੇ ਗਏ, ਸੱਚਖੰਡ ਪਿਆਨਾ ਕਰ ਗਏ ਹਨ। ਪਰ ਆਪਣੀ ਥਾਂ, ਆਪਣੀ ਜਗ੍ਹਾ, ਆਪਣੀਆਂ ਸਾਰੀਆਂ ਬਰਕਤਾਂ, ਸਭ ਤਾਕਤਾਂ, ਸਾਰੀ ਜੋਤ ਜੁਗਤ ਉਹੀ ਦੇ ਕੇ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਨੂੰ ਬਿਠਾ ਦਿੱਤਾ ਉਹਨਾਂ ਨੇ। ਹੁਣ ਉਹਨਾਂ ਦੀ ਥਾਂ ਮੇਰੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਦੁਨੀਆ ਦੇ ਪਰਉਪਕਾਰ ਦੇ ਲਈ ਉਪਦੇਸ਼ ਦਿੰਦੇ ਹਨ। ਬੱਚਿਆਂ ਨੇ ਵੀ ਉਹੀ ਪੜ੍ਹਨਾ ਸੁਣਨਾ ਹੁੰਦਾ, ਬੱਚਿਆਂ 'ਤੇ ਵੀ ਉਹੀ ਅਸਰ ਪੈਂਦਾ ਜੋ ਮਾਪੇ ਜਿਸ ਤਰ੍ਹਾਂ ਦੇ ਹੁੰਦੇ। ਜ਼ਿਆਦਾਤਰ ਬਚਪਨ ਵਿੱਚ ਬੱਚਾ ਬਹੁਤ ਛੇਤੀ ਗੱਲ ਨੂੰ ਫੜਦਾ। ਉਹਨੇ ਆਖਿਆ ਬੀਬੀ ਅਮਰੋ ਨੇ, ਮੈਂ ਪਿਤਾ ਜੀ ਦੇ ਕੋਲੋਂ ਇਹ ਬਾਣੀ ਸੁਣਦੀ ਰਹਿੰਦੀ ਸੀ, ਉਹਨਾਂ ਦੇ ਕੋਲੋਂ ਸੁਣ ਕੇ ਮੈਂ ਵੀ ਕੰਠ ਕਰ ਲਈ ਬਾਣੀ। ਹੁਣ ਤੇ ਮੇਰੇ ਕੰਠ ਹੋ ਗਈ, ਅੰਦਰ ਹਿਰਦੇ ਵਿੱਚ ਵਸ ਗਈ ਹੈ। ਕਹਿੰਦੇ ਇਹ ਗੁਰੂ ਕੀ ਬਾਣੀ ਬੜੇ ਪਾਪ ਕੱਟਦੀ ਹੈ। ਗੁਰੂ ਨਾਨਕ ਸਾਹਿਬ ਦੇ ਬਹੁਤ ਸਾਰੇ ਸਿੱਖ ਹਨ, ਜਿਨ੍ਹਾਂ ਗੁਰਸਿੱਖਾਂ ਦੇ ਬਹੁਤ ਵੱਡੇ ਵੱਡੇ ਭਾਗ ਹਨ, ਵਡਭਾਗੀ ਹਨ, ਜਿਹੜੇ ਇਸ ਬਾਣੀ ਨੂੰ ਪੜ੍ਹਦੇ ਸੁਣਦੇ ਹਨ। ਉਹਨਾਂ ਦਾ ਤੇ ਵਿਕਾਰਾਂ ਨੂੰ ਛੱਡ ਕੇ ਮਨ ਸਿਮਰਨ ਵਿੱਚ ਲੱਗ ਗਿਆ। ਗੁਰਸਿੱਖਾਂ ਦਾ ਅੱਗੋਂ ਬਜ਼ੁਰਗ ਬਾਬਾ ਅਮਰਦਾਸ ਜੀ ਕਹਿੰਦੇ, ਬੇਟਾ ਮੇਰੀ ਇਹ ਧੀ ਹੈ, ਤੂੰ ਮੇਰੀ ਧੀ ਹੈ, ਮੇਰੀ ਇੱਕ ਗੱਲ ਸੁਣ ਲੈ। ਕਹਿੰਦੇ ਮੇਰੇ ਤੇ ਧੀਏ ਇੱਕ ਪਰਉਪਕਾਰ ਕਰਦੇ। ਬਜ਼ੁਰਗ ਨੇ ਆਖਿਆ, ਬੱਚੀਏ ਇਹ ਵੀ ਇੱਕ ਪਰਉਪਕਾਰ ਹੈ, ਕਿਸੇ ਟੁੱਟੇ ਨੂੰ ਜੋੜ ਦੇਣਾ। ਮੇਰੇ ਉੱਤੇ ਤੂੰ ਇੱਕ ਅਹਿਸਾਨ ਪਰਉਪਕਾਰ ਕਰ ਦੇ। ਇਉਂ ਆਖਣ ਲੱਗੇ। ਅੱਗੋਂ ਬੀਬੀ ਅਮਰੋ ਨੇ ਆਖਿਆ, ਬਾਬਾ ਜੀ ਕੋਈ ਪਰਉਪਕਾਰ ਨਹੀਂ। ਗੁਰਸਿੱਖ ਕਿਸੇ ਦੂਜੇ ਨੂੰ ਜੋੜਦਾ ਜਦੋਂ ਉਹ ਪਰਉਪਕਾਰ ਨਹੀਂ ਸਮਝਦਾ ਮੈਂ ਪਰਉਪਕਾਰ ਕਰ ਰਿਹਾ।
ਗੁਰਸਿੱਖ ਦੇ ਅੰਦਰ ਇਹ ਥੋੜ੍ਹੀ ਜਿਹੀ ਸੂਖਸ਼ਮ ਮਾਤਰ ਵੀ ਹਉਮੈ ਨਹੀਂ ਆਉਂਦੀ। ਉਹ ਆਪਣੀ ਸੇਵਾ ਸਮਝਦਾ ਹੈ। ਅਤੇ ਇਹ ਕੋਈ ਗੱਲ ਨਹੀਂ, ਇੱਦਾਂ ਨਾ ਸਮਝੋ ਕਿ ਕੋਈ ਪਰਉਪਕਾਰ ਹੈ। ਦਰਸ਼ਨ ਕੀ ਕਸਾ ਲਗੀ ਅਮਰਿਓ ਨ ਜਾਈ। ਆਖਣ ਲੱਗੇ, ਕਹਿੰਦੇ ਮੈਨੂੰ ਤੂੰ ਬੇਟਾ ਇਉਂ ਕਰ, ਉਹਨਾਂ ਦੇ ਕੋਲ ਲੈ ਜਾ, ਫਿਰ ਤੇਰੇ ਪਿਤਾ ਜੀ ਦੇ ਕੋਲ। ਮੇਰੇ ਮਨ ਅੰਦਰ ਪਿਆਸ, ਜਿਵੇਂ ਪਿਆਸ ਜਗ ਜਾਏ, ਪਿਆਸੇ ਨੂੰ ਪਤਾ ਪਿਆਸ ਕੈਸੀ ਹੁੰਦੀ ਹੈ। ਇੱਕ ਸੋਹਣ ਸਿੰਘ ਸ਼ੀਤਲ ਹੋਣਾ ਦਾ ਇੱਕ ਨਾਵਲ ਲਿਖਿਆ ਹੈ ਤੂਤਾਂ ਵਾਲਾ ਖੂਹ, ਉਹ ਮੈਂ ਪੜ੍ਹਦਾ ਸੀ। ਉਹਦੇ 'ਚ ਉਹਦਾ ਇੱਕ ਪਾਤਰ ਜਿਹੜਾ ਪਿਆਸਾ ਮਰਦਾ ਸੀ ਨਾ, ਜਾਂਦਾ ਜਾਂਦਾ ਰਾਹ ਦੇ ਵਿੱਚ ਪਾਣੀ ਨਹੀਂ ਸੀ ਮਿਲਦਾ, ਉਹਦੇ ਵਿੱਚ ਉਹਨਾਂ ਪਿਆਸ ਦਾ ਜ਼ਿਕਰ ਕੀਤਾ ਵੀ ਮਰਦੇ ਮਰਦੇ ਲਈ ਜਦੋਂ ਪਾਣੀ ਕਿਤੇ ਉਹਨੂੰ ਮਿਲਿਆ ਤੂਤਾਂ ਵਾਲੇ ਖੂਹ 'ਤੇ ਉਹਨੇ ਪਾਣੀ ਦੀ ਕੀ ਕੀਮਤ ਅੰਕੀ। ਪਿਆਸੇ ਨੂੰ ਪਾਣੀ ਦੀ ਕਦਰ ਹੁੰਦੀ ਹੈ, ਜਾਂ ਮਛਲੀ ਨੂੰ ਪਤਾ ਹੈ ਪਾਣੀ ਤੋਂ ਬਿਨਾਂ ਉਹਦਾ ਕੀ ਹਾਲ ਹੁੰਦਾ ਹੈ। ਤਦੇ ਬਾਣੀ 'ਚ ਜਿਉਂ ਮਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੈ ਉਦਾਹਰਨ ਵੀ ਦਿੱਤੀ ਹੈ। ਅਤੇ ਆਖਣ ਲੱਗੇ, ਬੇਟਾ ਮੇਰੇ ਅੰਦਰ ਪਿਆਸ ਵਧੀ ਹੋਈ ਹੈ, ਇੱਛਾ ਹੈ, ਖਿੱਚ ਹੈ, ਹੁਣ ਮੇਰੇ ਤੋਂ ਰਿਹਾ ਨਹੀਂ ਜਾਂਦਾ। ਬੇਟਾ ਹਾਂ ਤਾਂ ਮੈਂ ਬਿਰਧ, ਪਰ ਹਜੇ ਤੱਕ ਅਨਾਥ ਹਾਂ। ਮੇਰਾ ਕੋਈ ਸ਼ੌ ਖਸਮ ਨਹੀਂ, ਮਾਲਕ ਨਹੀਂ, ਅਜਾਣ ਅਣਜਾਣ। ਜੋ ਕੁਝ ਮੈਂ ਜਾਣਕਾਰੀ ਇਕੱਠੀ ਕੀਤੀ, ਇਹ ਸਾਰੀ ਜਾਣਕਾਰੀ ਉਸ ਮਾਰਗ 'ਚ ਕਿੱਥੇ ਵੀ ਕੰਮ ਨਹੀਂ ਆਉਂਦੀ। ਬਹੁਤ ਬੰਦੇ ਨੂੰ ਜਾਣਕਾਰੀ ਹੁੰਦੀ ਕਈ ਤਰ੍ਹਾਂ ਦੀ, ਪਰ ਅਧਿਆਤਮ ਦੇ ਮਾਰਗ ਦੇ ਵਿੱਚ ਕਈ ਵਾਰ ਬੱਚੇ ਅੱਗੇ ਲੰਘੇ ਹੁੰਦੇ ਸਾਡੇ ਤੋਂ। ਇਹਦੇ ਵਿੱਚ ਕਾਹਦਾ ਸਾਧ ਸੰਗ ਜੀ, ਹੰਕਾਰ। ਇੱਥੇ ਉਮਰਾਂ ਨਹੀਂ, ਇੱਥੇ ਬਖਸ਼ਿਸ਼ ਪ੍ਰੇਮ ਦੀ ਖੇਡ ਹੈ। ਹੱਥ ਜੋੜ ਕੇ ਆਖਿਆ, ਮੈਂ ਅਨਾਥ ਹਾਂ, ਅਣਜਾਣ ਹਾਂ, ਮੇਰੇ 'ਚ ਸਮਰੱਥਾ ਵੀ ਕੋਈ ਨਹੀਂ ਰਹੀ। ਮਰਦਮੋ ਜੀਵਨ ਹੈ ਸੁਤ ਪਰਵੀਨਾ। ਔਰ ਆਖਣ ਲੱਗੇ, ਮਰਤ ਮੋਹੇ ਜਿਵਾਈਆ ਹੈ, ਹੇ ਸੁਤਾ ਪ੍ਰਵੀਨਾ। ਹੇ ਧੀਏ, ਮੈਂ ਤੇ ਮਰਦਾ ਹੀ ਹਾਂ, ਮਰ ਰਿਹਾ, ਅਤੇ ਮੈਨੂੰ ਤੂੰ ਸਮਝ ਜੀਵਨ ਬਖਸ਼ ਸਕਦੀ ਹੈ ਜੇ ਮੈਨੂੰ ਕਿਤੇ ਐਸੇ ਗੁਰੂ ਨਾਲ ਮਿਲਾ ਦੇਵੇਂ ਜਿਸ ਦੇ ਇਹ ਇਲਾਹੀ, ਇਹ ਰੱਬੀ ਬੋਲ ਹਨ। ਅੱਗੋਂ ਬੀਬੀ ਅਮਰੋ ਨੇ ਬੜੇ ਸਤਿਕਾਰ ਨਾਲ ਆਖਿਆ, ਬਾਬਾ ਜੀ ਇੱਦਾਂ ਦੀ ਗੱਲ ਨਾ ਕਰੋ, ਤੁਸੀਂ ਸਾਡੇ ਬਹੁਤ ਸਤਿਕਾਰਯੋਗ ਹੋ, ਵੱਡੇ ਹੋ ਉਮਰ ਕਰਕੇ। ਸਾਨੂੰ ਗੁਰੂ ਘਰ 'ਚ ਸਿਖਾਇਆ ਜਾਂਦਾ ਹੈ, ਉਮਰ ਕਰਕੇ ਕੋਈ ਵੱਡਾ ਹੋਵੇ, ਰਿਸ਼ਤੇ ਕਰਕੇ ਕੋਈ ਵੱਡਾ ਹੋਵੇ, ਗੁਣ ਕਰਕੇ ਕੋਈ ਵੱਡਾ ਹੋਵੇ, ਉਹਦਾ ਸਤਿਕਾਰ ਕਰਨਾ ਚਾਹੀਦਾ। ਵੱਡਾ ਚਾਰ ਤਰੀਕਿਆਂ ਨਾਲ ਹੁੰਦਾ ਹੈ ਬੰਦਾ। ਅਹੁਦੇ ਕਰਕੇ ਵੱਡਾ ਹੁੰਦਾ ਹੈ, ਉਮਰ ਕਰਕੇ ਵੱਡਾ ਹੁੰਦਾ ਹੈ, ਗੁਣ ਕਰਕੇ ਵੱਡਾ ਹੁੰਦਾ ਹੈ, ਰਿਸ਼ਤੇ ਕਰਕੇ ਵੱਡਾ ਹੁੰਦਾ ਹੈ। ਅਤੇ ਜਿਹੜਾ ਬੰਦਾ ਵੱਡਿਆਂ ਦੀ ਸਾਧ ਸੰਗਤ ਕਦਰ ਨਹੀਂ ਕਰਦਾ, ਉਹ ਬੰਦਾ ਛੋਟਾ ਹੀ ਹੁੰਦਾ ਹੈ। ਉਹਨੂੰ ਪਤਾ ਨਹੀਂ ਹੁੰਦਾ, ਕਦੇ ਵੀ ਜ਼ਿੰਦਗੀ 'ਚ ਕਿਸੇ ਪੱਖ 'ਤੇ ਕਾਮਯਾਬ ਨਹੀਂ ਹੋ ਸਕਦਾ। ਇਸ ਲਈ ਵੱਡਿਆਂ ਦਾ ਅਦਬ ਹਮੇਸ਼ਾ ਕਰਨਾ ਚਾਹੀਦਾ, ਭਾਵੇਂ ਉਮਰ ਕਰਕੇ ਹੋਵੇ, ਰਿਸ਼ਤੇ ਕਰਕੇ ਵੀ ਹੋਵੇ ਤਾਂ ਵੀ ਉਹਨੂੰ ਪਿਆਰ ਨਾਲ ਸਤਿਕਾਰ ਨਾਲ ਬੋਲੋ। ਕੋਈ ਗੁਣ ਕਰਕੇ ਹੋਵੇ, ਉਮਰ 'ਚ ਛੋਟਾ ਵੀ ਹੋਵੇ ਪਰ ਸਿੱਖਣਾ। ਕਈ ਬਿਰਧ ਮੈਂ ਦੇਖੇ, ਉਹਨਾਂ ਨੂੰ ਪੜ੍ਹ ਰਹੇ ਹੋ ਕਿਹਨਾਂ ਕੋਲੋਂ? ਆਪ ਤੋਂ ਅੱਧੀ ਨਾਲੋਂ ਛੋਟੀ ਉਮਰ ਵਾਲਿਆਂ ਕੋਲੋਂ ਬਾਣੀ ਸਿੱਖਦੇ। ਸਾਡੇ ਕੋਲ ਕਈ ਬਜ਼ੁਰਗ ਬਾਣੀ ਸਿੱਖਿਆ ਕਰਦੇ, ਬੜੇ ਪਿਆਰ ਨਾਲ ਸਿੱਖਦੇ। ਅਤੇ ਇਸ ਲਈ ਇਹ ਵੀ ਗੱਲ ਹੈ, ਅਤੇ ਫਿਰ ਅਹੁਦਾ ਵੀ ਮਾਇਨੇ ਰਖਾਉਂਦਾ ਹੈ। ਕਈ ਵਾਰ ਅਹੁਦੇ ਦੀਆਂ ਗੱਲਾਂ, ਚੰਗੇ ਲੋਕ ਹੁੰਦੇ ਜਿਹੜੇ ਉੱਚੇ ਅਹੁਦਿਆਂ ਵਾਲੇ, ਉਹੀ ਅਸਲ ਹੱਕਦਾਰ ਹੁੰਦਾ ਅਹੁਦੇ ਦਾ, ਜੋ ਆਪਣੇ ਤੋਂ ਛੋਟੇ ਅਹੁਦੇ ਵਾਲਿਆਂ ਦਾ ਅਦਬ ਕਰੇ। ਇਹ ਵੀ ਇੱਕ ਗੁਣ ਵੱਖਰਾ ਹੈ। ਇਸ ਲਈ ਇਹ ਗੱਲਾਂ ਬੀਬੀ ਅਮਰੋ ਜਾਣਦੀ ਹੈ। ਉਹਨੇ ਹੱਥ ਜੋੜ ਕੇ ਆਖਿਆ, ਤੁਸੀਂ ਤੇ ਸਾਡੇ ਬਜ਼ੁਰਗ ਹੋ, ਪਿਤਾ ਦੀ ਉਮਰ ਦੇ ਹੋ, ਪਿਤਾ ਦੇ ਸਮਾਨ ਹੋ, ਤੁਸੀਂ ਮੈਨੂੰ ਇਹ ਗੱਲ ਨਾ ਕਹੋ ਵਾਰ-ਵਾਰ ਕਿ ਮੈਂ ਕੋਈ ਤੁਹਾਡੇ ਉੱਤੇ ਅਹਿਸਾਨ ਕਰ ਦਿਆਂ, ਕੋਈ ਪਰਉਪਕਾਰ ਕਰ ਦੇਵਾਂ।
ਤੁਹਾਡੀ ਗੱਲ ਮੈਂ ਜ਼ਰੂਰ ਮੰਨਾਂਗੀ। ਇਹਦੇ ਵਿੱਚ ਕਿਹੜੀ ਕੋਈ ਵਿਚਾਰ ਵਾਲੀ ਗੱਲ ਹੈ? ਧਰਮ ਦੇ ਕੰਮ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਸੋਚੋ ਵਿਚਾਰੋ ਉਸ ਕੰਮ ਲਈ ਜਿਹੜਾ ਕੋਈ ਮਾੜਾ ਕੰਮ ਹੈ। ਸੰਸਕ੍ਰਿਤੀ ਵਿੱਚ ਵੀ ਆਉਂਦਾ ਨਾ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਬਿਲੰਬ ਕਹਿੰਦੇ ਦੇਰੀ ਨੂੰ, ਕਹਿੰਦੇ ਧਰਮ ਦੇ ਕੰਮ 'ਚ ਦੇਰੀ ਨਾ ਕਰੋ। ਦੇਰੀ ਕਰਨੀ ਤੇ ਬੁਰੇ ਕੰਮ ਦੇ ਵਿੱਚ ਕਰੋ, ਹੋ ਸਕਦਾ ਬੁਰਾ ਕੰਮ ਟਲੇ ਜਾਵੇ, ਮੁੜ ਕੇ ਮੌਕਾ ਹੀ ਨਾ ਮਿਲੇ। ਧਰਮ ਦੇ ਕੰਮ 'ਚ ਕਾਹਦੀ ਦੇਰੀ ਹੈ? ਇਹ ਬਾਣੀ ਤੇ ਭਾਵੇਂ ਗੁਰੂ ਅਰਜਨ ਦੇਵ ਜੀ ਦੀ ਹੈ, ਪਰ ਵਿਚਾਰਧਾਰਾ ਤੇ ਉਹੀ ਹੈ ਨਾ ਜੋ ਗੁਰੂ ਨਾਨਕ ਸਾਹਿਬ ਦੀ ਹੈ। ਤੇ ਆਖਣ ਲੱਗੀ ਚੰਗੇ ਕੰਮਾਂ 'ਚ ਕੋਈ ਦੇਰੀ ਨਹੀਂ ਕਰੀਦੀ। ਤੁਸੀਂ ਮੇਰੇ ਪਿਤਾ ਦੀ ਥਾਂ ਹੋ, ਸਹੁਰਾ ਲੱਗਦੇ ਆ ਨਾ, ਪਤੀ ਦੇ ਚਾਚਾ ਤਾਇਆ ਜੀ ਲੱਗਦੇ ਆ। ਇਸ ਲਈ ਮੈਂ ਤੇ ਤੁਹਾਨੂੰ ਆਪਣੇ ਪਿਤਾ ਦਾ ਹੀ ਆਦਰ ਦਿੰਦੀ ਹਾਂ। ਪਰ ਬਜ਼ੁਰਗੋ, ਬਾਬਾ ਜੀ ਮੇਰੇ ਮਨ ਵਿੱਚ ਇੱਕ ਥੋੜ੍ਹੀ ਜਿਹੀ ਗੱਲ ਹੈ। ਕਹਿੰਦੇ ਬੇਟਾ ਉਹ ਕੀ? ਕਹਿੰਦੀ ਉਹ ਗੱਲ ਇਹ ਹੈ ਵੀ ਮੈਂ ਕਦੇ, ਜਿੰਨਾ ਸਮਾਂ ਅੱਜ ਤੱਕ ਮੈਨੂੰ ਸੁਨੇਹਾ ਨਹੀਂ ਆਇਆ ਪਿੰਡੋਂ, ਤੇ ਮੈਂ ਸੁਨੇਹਾ ਭੇਜ ਨਾ ਦਿੱਤਾ ਕਿ ਮੈਂ ਆਉਣ ਲੱਗੀ ਹਾਂ, ਉੱਧਰੋਂ ਆਇਆ ਨਹੀਂ ਕਿ ਆ ਜਾ ਧੀਏ ਕੋਈ ਨਾ, ਓਨਾ ਸਮਾਂ ਮੈਂ ਕਦੇ ਗਈ ਨਹੀਂ। ਇਹ ਵੀ ਇੱਕ ਬਹੁਤ ਚੰਗਾ ਗੁਣ ਹੁੰਦਾ। ਤੇ ਮੈਂ ਇਸ ਗੱਲ ਤੋਂ ਥੋੜ੍ਹੀ ਜਿਹੀ ਮਨ ਵਿੱਚ ਮੇਰੇ ਵਿਚਾਰ ਹੈ। ਆਖਣ ਲੱਗੇ ਕਹਿੰਦੀ ਪਿਤ ਸਤਿਗੁਰ ਕੋ ਅਦਬ ਸੋਂ ਦਰਸੋਂ ਦਰਸਨਾ। ਮੈਂ ਆਪਣੇ ਪਿਤਾ ਨੂੰ ਪਿਤਾ ਤੇ ਸਮਝਦੀ ਹਾਂ, ਪਰ ਉਦੋਂ ਪਹਿਲਾਂ ਮੈਂ ਗੁਰੂ ਜਾਣਦੀ ਹਾਂ। ਮੇਰੇ ਪਿਤਾ ਗੁਰੂ ਹਨ। ਗੁਰੂ ਘਰ 'ਚ ਰਿਸ਼ਤੇ ਦੂਜੇ ਨੰਬਰ 'ਤੇ ਹੈ, ਪਹਿਲਾਂ ਗੁਰੂ ਅਤੇ ਸਿੱਖ ਦਾ ਰਿਸ਼ਤਾ ਵੱਡਾ ਹੈ। ਇਸ ਲਈ ਮੈਂ ਆਪਣੇ ਪਿਤਾ ਨੂੰ ਗੁਰੂ ਦੇ ਰੂਪ ਵਿੱਚ ਤੱਕਦੀ ਵੇਖਦੀ ਹਾਂ। ਤੇ ਉਹਨਾਂ ਦੀ ਰਜ਼ਾ 'ਚ ਮੈਂ ਰਹਿੰਦੀ ਹਾਂ। ਮੈਂ ਚਾਹੁੰਦੀ ਹਾਂ ਮੇਰਾ ਵੀ ਜੀਵਨ ਸਫਲ ਹੋ ਜਾਏ ਵੇ, ਵਚਨ ਕਮਾ ਕੇ। ਆਪਣੇ ਪਿਤਾ ਦੀ ਖੁਸ਼ੀ ਤਾਂ ਮੈਂ ਲਈ, ਗੁਰੂ ਦੀ ਖੁਸ਼ੀ ਵੀ ਲੈਣੀ ਚਾਹੁੰਦੀ ਹਾਂ। ਪਿਤਾ ਤਾਂ ਖੁਸ਼ ਰਹਿੰਦੇ ਹੀ ਹੈ ਬੱਚਿਆਂ ਦੇ ਔਗਣਾਂ ਨੂੰ, ਗਲਤੀਆਂ ਵੀ ਹੋਣ ਮਾਪਿਆਂ ਨੂੰ, ਤੇ ਉਹਨਾਂ ਨੂੰ ਨੇੜੇ ਲਾ ਕੇ ਰੱਖਣਾ ਪੈਂਦਾ। ਪਰ ਗੁਰੂ ਦੇ ਚਰਨਾਂ ਵਿੱਚ ਲੱਗਣ ਦੇ ਲਈ ਔਗਣ ਛੱਡਣੇ ਪੈਂਦੇ ਆ, ਆਕੜਾਂ ਭੰਨਣੀਆਂ ਪੈਂਦੀਆਂ। ਗੁਨਾਹ ਨੇ ਜਿਹੜੇ ਉਹਨਾਂ ਦੀ ਮੁਆਫੀ ਕਰਵਾਉਣੀ ਪੈਂਦੀ ਹੈ। ਇਸ ਲਈ ਮੈਂ ਗੁਰੂ ਦੀ ਖੁਸ਼ੀ ਲੈਣਾ ਚਾਹੁੰਦੀ ਹਾਂ। ਮੇਰਾ ਇਹ ਸੁਭਾਅ ਹੈ, ਜਿੰਨਾ ਸਮਾਂ ਉਹ ਮੈਨੂੰ ਸੱਦਦੇ ਨਹੀਂ ਉਹਨਾਂ ਸਮਾਂ ਮੈਂ ਜਾਂਦੀ ਨਹੀਂ। ਅਤੇ ਜਦੋਂ ਮੈਂ ਚਲੀ ਜਾਵਾਂ, ਜਿੰਨਾ ਸਮਾਂ ਆਗਿਆ ਨਾ ਦੇਣ, ਮੈਂ ਪੁੱਛ ਲੈਂਦੀ ਹਾਂ ਮੈਂ ਚਲੀ ਜਾਵਾਂ ਪਿਤਾ ਜੀ, ਜੋ ਕਹਿ ਦੇਣ ਬੇਟਾ ਹਜੇ ਰੁਕ ਜਾ, ਰੁਕ ਜਾਂਦੀ ਹਾਂ। ਉਹਨਾਂ ਦੀ ਆਗਿਆ ਤੋਂ ਬਿਨਾਂ ਨਹੀਂ ਆਉਂਦੀ ਹਾਂ, ਉਹਨਾਂ ਦੀ ਆਗਿਆ ਵਿੱਚ ਹੀ ਰਹਿੰਦੀ ਹਾਂ। ਕਿਉਂ? ਮੈਂ ਸਿੱਖ ਹਾਂ, ਧੀ ਤਾਂ ਹਾਂ ਹੀ, ਪਰ ਉਦੋਂ ਪਹਿਲਾਂ ਮੈਂ ਸਿੱਖ ਹਾਂ। ਸਿੱਖੀ ਕਮਾਉਣਾ ਚਾਹੁੰਦੀ ਹਾਂ। ਸਿੱਖੀ ਔਖੀ ਚੀਜ਼ ਆ ਕਮਾਉਣੀ। ਬੱਚੇ ਤਾਂ ਬਣੇ ਗਏ, ਜਨਮ ਲੈ ਲਿਆ ਮਾਪਿਆਂ ਦੇ, ਪੁੱਤ ਧੀ ਤੇ ਬਣੇ ਗਏ ਨਾ। ਨਹੀਂ ਵੀ ਗੱਲ ਮੰਨੀ ਬਾਬੇ ਸ਼੍ਰੀ ਚੰਦ ਨੇ, ਪੁੱਤ ਤੇ ਗੁਰੂ ਨਾਨਕ ਦੇ ਰਹੀ ਨਾ। ਉਹਨਾਂ ਨੂੰ ਕਿਹੜਾ ਕਹਿ ਦੁਨੀਆ 'ਤੇ ਵੀ ਉਹਨਾਂ ਦੇ ਧੀ ਪੁੱਤ ਨਹੀਂ ਸੀ, ਉਹ ਪੁੱਤਰ ਨਹੀਂ ਸੀ। ਉਹ ਪਿਰਥੀ ਚੰਦ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਤੇ ਰਿਹਾ ਹੀ ਰਿਹਾ। ਉਹ ਰਿਸ਼ਤਾ ਤਾਂ ਨਹੀਂ ਕੋਈ ਖੋਜ ਸਕਿਆ, ਪਰ ਸਿੱਖ ਨਹੀਂ ਬਣ ਸਕਿਆ ਪੂਰਾ। ਸਿੱਖੀ ਕਮਾਉਣੀ ਔਖੀ। ਆਖਣ ਲੱਗੀ ਧੀ ਤਾਂ ਮੈਂ ਹਾਂ, ਪਰ ਮੈਂ ਸਿੱਖ ਵੀ ਬਣਨਾ ਚਾਹੁੰਦੀ ਹਾਂ। ਅਤੇ ਮੈਂ ਗੁਰੂ ਜੀ ਦੀ ਖੁਸ਼ੀ ਲੈਣਾ ਚਾਹੁੰਦੀ ਹਾਂ, ਅਤੇ ਚਾਹੁੰਦੀ ਹਾਂ ਕਿ ਉਹ ਖੁਸ਼ੀ ਦੇ ਹੀ ਬੋਲ ਬੋਲਣ। ਮੇਰੀ ਕੋਈ ਗਲਤੀ ਤੋਂ ਕਿਤੇ ਰੰਚਕ ਮਾਤਰ ਉਹਨਾਂ ਦੇ ਮਨ 'ਚ ਨਾ ਆ ਜਾਵੇ, ਮੇਰੇ ਲਈ, ਮੇਰੇ ਤੋਂ ਕਿਤੇ ਅਵੱਗਿਆ ਨਾ ਹੋ ਜਾਵੇ। ਹਾਲਾਂਕਿ ਗੁਰੂ ਸਾਹਿਬ ਵੀ ਸਿੱਖਾਂ ਦੀਆਂ ਰੋਜ਼, ਅਸੀਂ ਲੱਖ ਯਤਨ ਕਰੀਏ ਆਪਣੇ ਆਪ ਨੂੰ ਸ਼ੁੱਧ ਕਰਨ ਦਾ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ ਹੀ। ਅਸੀਂ ਤੇ ਪੈਰ ਪੈਰ 'ਤੇ ਗਲਤੀਆਂ ਕਰਦੇ, ਅਸੀਂ ਖਤੇ ਬਹੁਤ ਕਮਾਉਂਦੇ। ਖਿਨ ਖਿਨ ਭੁੱਲਣਹਾਰ, ਇੱਕ ਖਿਨ ਖਿਨ 'ਚ ਭੁੱਲਦੇ ਹਾਂ। ਗੁਰੂ ਬਖਸ਼ਦਾ ਹੈ, ਬਖਸ਼ਿੰਦਾ ਹੈ, ਹਮੇਸ਼ਾ ਬਖਸ਼ਦਾ ਹੈ,
ਪਰ ਸਿੱਖ ਵੀ ਇੰਨਾ ਲਾਪਰਵਾਹ ਨਾ ਹੋਵੇ ਵੀ ਗੁਰੂ ਨੇ ਬਖਸ਼ੇ ਲੈਣਾ, ਲੋ ਮੈਂ ਤੇ ਜਿਹੜੀਆਂ ਮਰਜ਼ੀ ਗਲਤੀਆਂ ਕਰੀ ਜਾਵਾਂ, ਇਹ ਵੀ ਗਲਤ ਹੈ। ਇਹ ਭਾਈ ਗੁਰਦਾਸ ਨੇ ਲਿਖਿਆ, ਕਹਿੰਦੇ ਜੇਕਰ ਉਧਰੀ ਪੂਤਨਾ ਵੇਹੋ ਪਿਆਲਣ ਕੰਮ ਨਾ ਚੰਗਾ, ਜੇ ਕਸਾਈ ਉਧਰਿਆ ਜੀਆਂ ਮਾਰਨਾ ਖਾਈਆ ਭੰਗਾ, ਗਨਕਾ ਉਧਰੀ ਆਖੀਆਂ ਪਰ ਘਰ ਜਾਏ ਨਾ ਲਈਐ ਪੰਗਾ। ਉਦਾਹਰਨਾਂ ਦਿੱਤੀਆਂ ਉਹਨਾਂ ਨੇ। ਕਹਿੰਦੇ ਜੇ ਸਾਧਨਾ ਕਸਾਈ ਦਾ ਉਧਾਰ ਹੋ ਗਿਆ, ਇਹਦਾ ਮਤਲਬ ਇਹ ਥੋੜਾ ਵੀ ਹਰੇਕ ਹੀ ਬੰਦਾ ਕਸਾਈ ਬਣ ਕੇ ਖੜ ਜੇ, ਜੋ ਮਰਜ਼ੀ ਕਰੀ ਚੱਲੇ। ਜੇ ਗਨਕਾ ਪਾਪਣ ਦਾ ਉਧਾਰ ਹੋ ਗਿਆ ਤਾਂ ਵੀ ਬੇਸ਼ਵਾ ਬਣਨਾ ਕੋਈ ਚੰਗਾ ਕੰਮ ਤਾਂ ਨਹੀਂ। ਜੇਕਰ ਪੂਤਨਾ ਰਾਖਸ਼ਣੀ ਜਿਹੜੀ ਸ਼੍ਰੀ ਕ੍ਰਿਸ਼ਨ ਨੂੰ ਦੁੱਧ ਪਿਲਾਉਣ ਗਈ, ਆਪਣੇ ਥਣਾਂ 'ਤੇ ਜ਼ਹਿਰ ਲਾ ਕੇ ਉਹਦਾ ਉਧਾਰ ਹੋ ਗਿਆ, ਤਾਂ ਵੀ ਲੋਕਾਂ ਦੇ ਨਿਆਣਿਆਂ ਨੂੰ ਜ਼ਹਿਰ ਪਿਲਾਉਣਾ ਚੰਗਾ ਕੰਮ ਤਾਂ ਨਹੀਂ। ਜੇਕਰ ਕੋਈ ਬੰਦਾ ਦਰਖਤ 'ਤੇ ਚੜ੍ਹਿਆ ਉੱਤੋਂ ਡਿੱਗ ਕੇ ਬਚ ਜਾਵੇ, ਤਾਂ ਵੀ ਜ਼ਰੂਰੀ ਨਹੀਂ ਕਿ ਹਰੇਕ ਬੰਦਾ ਹੀ ਦਰਖਤ 'ਤੇ ਚੜ੍ਹੇ ਅਤੇ ਹੱਥ ਛੱਡ ਕੇ ਥੱਲੇ ਡਿੱਗੇ ਵੀ ਮੈਂ ਵੀ ਬਚ ਜੂ, ਮਰ ਵੀ ਸਕਦਾ। ਇਸ ਲਈ ਕਿ ਗੁਰੂ ਬਖਸ਼ਿੰਦਾ ਹੈ, ਪਰ ਸਿੱਖ ਨੇ ਆਪਣੇ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਯਤਨ ਕਰਨਾ ਹੈ ਕਿ ਮੈਂ ਗਲਤੀ ਨਾ ਕਰਾਂ। ਪਰ ਇਹ ਮਾਣ ਨਹੀਂ ਰੱਖਣਾ ਕਿ ਮੈਂ ਗਲਤੀ ਨਹੀਂ ਕਰਦਾ। ਬਸ ਇਹ ਦੋਵੇਂ ਚੀਜ਼ਾਂ ਨੂੰ ਬੜੀਆਂ ਬਰੀਕ ਚੀਜ਼ਾਂ ਨੇ, ਸਮਝਣ ਵਾਲੀਆਂ ਹਨ। ਤਾਂ ਬੀਬੀ ਅਮਰੋ ਨੇ ਆਪਣੇ ਵੱਲੋਂ ਜੋ ਇੱਕ ਸਿੱਖ ਦਾ ਫਰਜ਼ ਹੈ ਉਹ ਨਿਭਾਉਂਦਿਆਂ ਇਹ ਗੱਲ ਬਜ਼ੁਰਗਾਂ ਨੂੰ ਆਖੀ ਜੋ ਆਪਾਂ ਸੁਣੀ ਹੈ। ਅੱਗੋਂ ਬਾਬਾ ਅਮਰਦਾਸ ਜੀ ਕਹਿਣ ਲੱਗੇ, ਬੇਟਾ ਤੂੰ ਚਿੰਤਾ ਨਾ ਕਰ, ਤੂੰ ਮੇਰੀ ਧੀ ਹੈ, ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ। ਗੁਰੂ ਜੀ ਪੂਰਨ ਗੁਰੂ ਮੈਨੂੰ ਪਤਾ ਹੈ ਅੰਤਰਜਾਮੀ ਹੁੰਦਾ ਹੈ, ਤੂੰ ਮਨ ਉਦਾਸ ਨਾ ਕਰ, ਉਹ ਆਪਣਾ ਪ੍ਰੇਮ ਜ਼ਰੂਰ ਪਹਿਚਾਨਣਗੇ, ਸਾਡੇ ਪ੍ਰੇਮ ਨੂੰ, ਸਾਡੀ ਭਾਵਨਾ ਨੂੰ ਜਾਣਨਗੇ। ਬੇਟਾ ਉਹ ਆਪਣੇ ਸੇਵਕ ਜਾਣ ਕੇ ਸਾਨੂੰ ਨੇੜੇ ਰੱਖ ਲੈਣਗੇ, ਮੁਕਤੀ ਦਾ ਮਾਰਗ ਦੱਸਣਗੇ। ਮੈਨੂੰ ਯਕੀਨ ਹੈ ਉਹ ਆਪਾਂ ਨੂੰ ਬੂਹੇ ਤੇ ਗਿਆ ਨੂੰ ਖਾਲੀ ਨਹੀਂ ਮੋੜਨਗੇ, ਧੱਕਣਗੇ ਨਹੀਂ। ਬੀਬੀ ਅਮਰੋ ਨੇ ਗੱਲ ਸੁਣੀ। ਕੋਲ ਬੀਬੀ ਅਮਰੋ ਦੀ ਸੱਸ ਸੀ, ਸਹੁਰਾ ਸੀ, ਪਤੀ ਵੀ ਖੜਾ ਹੈ। ਸਾਰਿਆਂ ਨੇ ਇਸ ਗੱਲ ਵਿੱਚ ਆਪਣੀ ਰਜਾ ਜਤਾਈ ਔਰ ਆਖਿਆ ਕਿ ਤੁਹਾਨੂੰ ਜਾਣਾ ਚਾਹੀਦਾ ਜ਼ਰੂਰ, ਸਾਡੇ ਪਰਿਵਾਰ ਦੇ ਆ। ਸਹੁਰਾ ਜੀ ਨੇ ਆਖਿਆ ਮੇਰੇ ਵੱਡੇ ਭਰਾਤਾ ਨੇ, ਬੇਟਾ ਸਾਡੀ ਸਾਰਿਆਂ ਦੀ ਖੁਸ਼ੀ ਹੈ, ਜਦੋਂ ਤੂੰ ਕਹੇਂਗੀ ਸਾਰਿਆਂ ਨੇ ਖੁਸ਼ੀ ਨਾਲ ਭੇਜਿਆ, ਸਾਨੂੰ ਯਕੀਨ ਹੈ ਤੇਰੇ ਪਿਤਾ ਜੀ ਗੁਰੂ ਜੀ ਬਿਲਕੁਲ ਨਾਰਾਜ਼ਗੀ ਨਹੀਂ ਕਰਨਗੇ, ਤਿਆਰੀ ਕਰ ਲੈ, ਨਾਲ ਚੱਲਾਂਗੇ। ਬੀਬੀ ਅਮਰੋ ਪਰਿਵਾਰ ਦੇ ਹੋਰ ਕਈ ਜੀ ਸਾਰੇ ਤਿਆਰ ਹੋ ਗਏ ਕਿ ਚਲੋ ਚਲਦੇ ਹਾਂ, ਨਾਲੇ ਦਰਸ਼ਨ ਕਰਾਂਗੇ। ਤਾਂ ਫਿਰ ਉਸ ਸਮੇਂ ਜਾਤੇ ਫਿਰ ਰਥਾਂ ਦੇ ਉੱਤੇ ਜਾਇਆ ਕਰਦੇ, ਜਾਂ ਫਿਰ ਸਾਧ ਸੰਗਤ ਜੀ ਉਹ ਕੁਹਾਰ ਲੋਕ ਚੱਕ ਲਿਆ ਕਰਦੇ ਸਨ, ਡੋਲੀ ਜੀ ਜਿਹਨੂੰ ਕਹਿ ਦਿੰਦੇ ਆਪਾਂ, ਉਸ ਤਰੀਕੇ ਦਾ ਬੈਠਣ ਦੇ ਲਈ। ਪਾਲਕੀ ਸ਼ਬਦ ਵਧੀਆ ਜ਼ਿਆਦਾ ਸੋਹਣਾ ਹੈ, ਡੋਲੀ ਵਿਆਹ ਵਾਲਿਆਂ ਲਈ ਵਰਤੀ ਜਾਂਦੀ ਹੈ। ਪਾਲਕੀ ਮੰਗਾ ਲਈ ਜਾਂਦੀ, ਉਹਦੇ ਵਿੱਚ ਬੈਠ ਕੇ ਵੀ ਲੋਕੀ ਚਲੇ ਜਾਇਆ ਕਰਦੇ ਸਨ। ਤਾਂ ਪਰਿਵਾਰ ਨੂੰ ਜਿਵੇਂ ਸੁਵਿਧਾ ਲੱਗੀ ਉਸ ਸਮੇਂ, ਉਦੋਂ ਜਾਣ ਦੀ ਤਿਆਰੀ ਕਰ ਲਈ। ਤਾਂ ਉਸ ਵੇਲੇ ਸਾਧ ਸੰਗਤ ਜੀ ਰਾਹ ਵਿੱਚ ਚੱਲ ਪਏ। ਬੜੀ ਸੋਹਣੀ ਸੋਹਣੀ, ਬੜੀ ਅੱਛੀ ਅੱਛੀ ਵਧੀਆ ਹਵਾ ਚੱਲ ਰਹੀ ਹੈ, ਬੜੀ ਸੋਹਣੀ ਹਵਾ ਚੱਲ ਰਹੀ, ਸਭ ਨੂੰ ਠੰਡ ਵਰਤਾ ਰਹੀ, ਸ਼ਾਂਤੀ ਦੇ ਰਹੀ, ਮਾਹੌਲ ਬੜਾ ਵਧੀਆ ਸੁਖਾਵਾਂ ਹੈ। ਚੱਲ ਕੇ ਹੌਲੀ 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 ਖਡੂਰ ਸਾਹਿਬ ਦੇ ਨੇੜੇ ਪਹੁੰਚ ਗਏ। ਬੀਬੀ ਅਮਰੋ ਨੇ ਉਸ ਵੇਲੇ ਆਖਿਆ, ਕਹਿੰਦੀ ਵੀ ਗੱਲ ਸੁਣੋ ਹੁਣ ਬਾਕੀ ਸਾਰਿਆਂ ਨੂੰ। ਘਰ ਦੇ ਕੋਲ ਆ ਗਏ, ਬਿਲਕੁਲ ਅੱਗੇ ਦਰਬਾਰ ਆ ਗਿਆ। ਇਹ ਟਾਈਮ ਹੈ ਜਿਹੜਾ ਗੁਰੂ ਜੀ ਇਸ ਵਕਤ ਘਰ 'ਚ ਨਹੀਂ, ਇਸ ਵਕਤ ਸੰਗਤ 'ਚ ਬੈਠੇ ਹੋਣਗੇ। ਬੀਬੀ ਨੂੰ ਪਤਾ ਹੈ ਪੂਰਾ, ਘਰ ਦੇ ਵਿੱਚ ਮੇਰੇ ਪਿਤਾ ਹਨ, ਮੈਂ ਤੇ ਘਰੇ ਵੀ ਗੁਰੂ ਦੀ ਭਾਵਨਾ ਹੀ ਰੱਖਦੀ ਹਾਂ,
ਪਰ ਸੰਗਤ ਦੇ ਵਿੱਚ ਤੇ ਮੈਂ ਗੁਰੂ ਜੀ ਦੇ ਕੋਲ ਇੱਦਾਂ ਨਹੀਂ ਜਾਂਦੀ। ਸਾਰੇ ਵੀ ਉੱਥੇ ਚਲੇ ਜਾਈਏ ਰਿਸ਼ਤੇਦਾਰੀ ਦੇ ਤੌਰ 'ਤੇ, ਉੱਥੇ ਜਾ ਕੇ ਆਪਾਂ ਰਿਸ਼ਤੇਦਾਰੀ ਦਿਖਾਉਣ ਲੱਗ ਜਾਈਏ, ਇੱਦਾਂ ਤੇ ਗੱਲ ਨਹੀਂ ਬਣੇਗੀ। ਉਹ ਪੂਰਨ ਗੁਰੂ ਹਨ। ਗ੍ਰਾਮ ਨਿਕਟ ਤੁਮ ਬੈਠੀਏ ਮੈਂ ਜਾਉ ਅਗਾਰੇ। ਇਉਂ ਕਰੀਏ ਆਪਾਂ, ਤੁਸੀਂ ਇੱਥੇ ਦਰਬਾਰ ਦੇ ਬਾਹਰ ਬੈਠ ਜਾਓ, ਕਿਸੇ ਥਾਂ 'ਤੇ ਬਿਠਾ ਦਿੱਤਾ ਉਹਨਾਂ ਨੂੰ ਟਿਕਾਣੇ, ਤੇ ਬੀਬੀ ਜੀ ਕਹਿੰਦੇ ਮੈਂ ਅੱਗੇ ਦਰਬਾਰ ਵਿੱਚ ਜਾਂਦੀ ਹਾਂ। ਸੁਭਾ ਸਤਿਗੁਰੂ ਕੋ ਪੁਨ ਨਿਹੁ ਹੰਕਾਰੀ। ਹਕਾਰੀ, ਤੇ ਮੈਂ ਗੁਰੂ ਜੀ ਦੇ ਕੋਲ ਜਾਵਾਂਗੀ, ਜਦੋਂ ਬੁਲਾਉਣਗੇ ਮੈਨੂੰ ਤੇ ਕੋਲ ਜਾ ਕੇ ਗੱਲਬਾਤ ਕਰਾਂਗੀ, ਜੋ ਆਗਿਆ ਦੇਣਗੇ ਫਿਰ ਅੱਗੇ ਕਰਾਂਗੇ। ਉੱਦਾਂ ਆਪਾਂ ਆਪਣੇ ਵੱਲੋਂ ਨਹੀਂ ਕਰਨਾ ਵੀ ਜਾ ਕੇ ਚਲੋ ਜੀ ਪਹੁੰਚ ਗਏ ਜੀ, ਚਲੋ ਜੀ ਹੁਣ ਤੇ ਇਹ ਕੰਮ ਨਹੀਂ ਕਰਨਾ, ਉਹਨਾਂ ਦੀ ਆਗਿਆ ਅਨੁਸਾਰ ਵਰਤਾਂਗੇ। ਕਿੰਨਾ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਇਹਨਾਂ ਚੀਜ਼ਾਂ 'ਚੋਂ। ਕਈ ਵਾਰੀ ਮੈਂ ਸੋਚਦਾ ਹਾਂ ਵੀ ਕੀ ਸੋਚ ਕੇ ਲੋਕੀ ਇਹ ਇਤਿਹਾਸ ਨੂੰ ਜਾਂ ਇਹਨਾਂ ਚੀਜ਼ਾਂ ਦੀ ਨਿੰਦਿਆ ਕਰਨ ਲੱਗੇ ਹੋਏ ਆ ਵੀ ਇਹ ਠੀਕ ਨਹੀਂ ਜੀ, ਇਹ ਨਹੀਂ ਜੀ। ਇਹ ਕਈ ਵਾਰ ਇਹ ਸੋਚਦਾ ਵੀ ਉਹਨਾਂ ਨੇ ਵਿਚਾਰਿਆਂ ਨੇ ਪੜ੍ਹਿਆ ਵੀ ਨਹੀਂ ਨਾ ਹੈ। ਵਾਹਿਗੁਰੂ ਉਹਨਾਂ ਨੂੰ ਇੰਨੀ ਕੁ ਮੱਤ ਦੇ ਵੀ ਉਹ ਪੜ੍ਹ ਲੈਣ, ਉਹਨਾਂ ਨੂੰ ਕੋਈ ਅੱਖਰ ਸਮਝ ਪੈ ਜੇ ਪੱਲੇ, ਕਿਉਂਕਿ ਵਿਦਵਾਨਾਂ ਦੀ ਲਿਖਤ ਹੈ, ਮਿਹਨਤ ਦਾ ਕੰਮ ਹੈ, ਪੜ੍ਹਨਾ ਵੀ ਔਖਾ ਹੈ। ਪੜ੍ਹਨ ਲਈ ਕਿਸੇ ਵਿਦਵਾਨ ਕੋਲ ਜਾਣਾ ਪੈਣਾ, ਸਿੱਖਣਾ ਪੈਣਾ। ਉਹ ਤਾਂ ਵਿਚਾਰੇ ਘਰੇ ਬੈਠੇ ਵਿਦਵਾਨ ਬਣੇ ਹੋਏ ਆ, ਉਹਨਾਂ ਦਾ ਕੰਮ ਚੱਲ ਗਿਆ, ਢੋਲਕੀਆਂ ਖੜਕਾ ਕੇ ਚਲੋ ਵਧੀਆ ਕੰਮ ਚੱਲ ਪਿਆ, ਵਧੀਆ ਬਣ ਗਿਆ ਕੰਮ, ਲੋਕੀ ਰੱਬ ਬਣਾ ਕੇ ਪੂਜਣ ਲੱਗ ਪਏ। ਅਤੇ ਉਹ ਫਿਰ ਕਰਨ ਵੀ ਕਿਉਂ ਨਾ ਨਿੰਦਿਆ, ਕਿਉਂਕਿ ਉਹਨਾਂ ਨੂੰ ਆਉਂਦਾ ਨਹੀਂ ਪੜ੍ਹਨਾ। ਭਾਈ ਗੁਰਦਾਸ ਨੇ ਆਖਿਆ ਗਿੱਦੜ ਦਾਖ ਨਾ ਪੜ੍ਹ ਆਖਿਆ ਥੂ ਕੌੜੀ। ਉਹ ਲੂੰਬੜੀ ਦਾਖਾਂ ਤੱਕ ਨਹੀਂ ਪਹੁੰਚਦੀ ਤੇ ਉਹ ਫਿਰ ਥੂ ਕੌੜੀ ਕਹਿ ਕੀ ਸਰਨਾ। ਪਰ ਤੌਬਾ ਤੌਬਾ, ਇੱਦਾਂ ਦੇ ਕੰਮ ਨਾ ਕਰੋ ਜਿਹੜੇ ਇੰਨਾ ਕੁਝ ਗਿਆਨ ਦਾ ਸੋਮਾ ਭੰਡਾਰਾ ਖਜ਼ਾਨਾ ਬਿਨਾਂ ਦੇਖਿਆ ਹੀ ਤੁਸੀਂ ਠੋਕਰਾਂ ਮਾਰੀ ਜਾਂਦੇ। ਪਾਪ ਲੱਗਦਾ ਇਸ ਗੱਲ ਦਾ, ਗੁਨਾਹ ਹੈ ਕਿਸੇ ਚੰਗੀ ਚੀਜ਼ ਨੂੰ ਮਾੜਾ ਕਹਿਣਾ। ਕਿੰਨਾ ਕੁਝ ਬੀਬੀ ਅਮਰੋ ਦੇ ਜੀਵਨ 'ਚੋਂ ਕੀ ਕੁਝ ਸਿੱਖਣ ਨੂੰ ਮਿਲ ਰਿਹਾ ਗੁਰਸਿੱਖੋ ਸਾਨੂੰ। ਕਿੰਨੀ ਉਹ ਸੁਚੱਜੇ ਜੀਵਨ ਵਾਲੀ ਗੁਰੂ ਕੀ ਧੀ ਹੈ, ਅਤੇ ਕਿੱਡਾ ਪਰਉਪਕਾਰੀ ਜੀਵਨ ਹੈ, ਔਰ ਕਿੰਨੀ ਨਿਮਰਤਾ 'ਚ ਰਹਿੰਦੀ ਹੈ। ਧੀ ਤੇ ਹੈ ਹੀ ਹੈ, ਸਿੱਖ ਬਣਨ ਦੀ ਲੋਚਾ ਵਿੱਚ ਹੈ, ਅਤੇ ਕਿਵੇਂ ਗੁਰੂ ਨੂੰ ਪ੍ਰਸੰਨ ਕਰਨ ਦੇ ਲਈ ਕਿਵੇਂ ਵਿਚਾਰ ਨਾਲ ਪੈਰ ਰੱਖਦੀ ਹੈ। ਇਹੀ ਤਾਂ ਹੈ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਸ੍ਰੇਸ਼ਟ ਕਿਰਤ ਮੰਦੇ ਕੋਈ ਇਸ ਤਰ੍ਹਾਂ ਦਾ ਪੈਰ ਇਸ ਪਾਸੇ ਨਾ ਰੱਖਿਆ ਜਾਵੇ ਜਿਹੜਾ ਮੇਰੀ ਗੁਰੂ ਦੀ ਰਜ਼ਾ ਤੋਂ ਬਾਹਰ ਚਲਾ ਜਾਵੇ। ਕਿੰਨੇ ਤਰੀਕੇ ਨਾਲ ਉਹ ਜੀਵਨ ਜਿਉ ਰਹੀ ਹੈ। ਐਸੇ ਸੁਚੱਜੇ ਗੁਰਮੁਖਾਂ ਦੇ ਜੀਵਨ ਸਾਡੇ ਜੀਵਨ ਉੱਤੇ ਆਪਣਾ ਪ੍ਰਭਾਵ ਛੱਡਦੇ ਹਨ, ਸਾਨੂੰ ਸੁਣਨੇ ਚਾਹੀਦੇ ਹਨ। ਬੀਬੀ ਅਮਰੋ ਨੇ ਦੇਖੋ ਕਹਿੰਦੀ ਮੈਂ ਜਾਵਾਂਗੀ, ਗੁਰੂ ਜੀ ਦੀ ਰਜ਼ਾ ਵੇਖ ਕੇ ਫੇਰ ਸੱਦਾਂਗੀ ਤੁਹਾਨੂੰ, ਜੇ ਕਹਿਣਗੇ ਤਾਂ। ਉਹਨਾਂ ਕੋਲ ਜਾਵਾਂਗੀ, ਰਹਾਂਗੀ, ਜਿਵੇਂ ਰਜ਼ਾ ਹੁਕਮ ਕਰਨਗੇ ਉੱਦਾਂ ਚੱਲਾਂਗੇ। ਪਰਿਵਾਰ ਵਾਲੇ ਵੀ ਕਹਿੰਦੇ ਕੋਈ ਨਾ, ਇਹਦੇ ਵਿੱਚ ਸਾਨੂੰ ਕੋਈ ਇਤਰਾਜ਼ ਥੋੜ੍ਹਾ, ਇਹ ਤਾਂ ਠੀਕ ਹੈ ਗੱਲ, ਸਾਨੂੰ ਪਤਾ ਹੈ ਭਾਈ ਤੇਰਾ ਜੀਵਨ ਹੈ ਜਿਸ ਤਰ੍ਹਾਂ ਦਾ, ਤੇਰੀ ਸਾਧਨਾ ਦੇ ਵਿੱਚ ਅਸੀਂ ਕੋਈ ਖਲਲ ਪਾਈਏ, ਕੋਈ ਹੁਜਤ ਕਰੀਏ, ਉਹ ਵੀ ਮਾੜੀ ਗੱਲ ਹੈ, ਪਾਪ ਹੈ। ਕਿਸੇ ਦੀ ਸਾਧਨਾ ਹੋਵੇ ਉਹਨੂੰ ਤੋੜਨਾ। ਤੂੰ ਜਿਵੇਂ ਵਿਚਰਦੀ ਹੈ ਠੀਕ ਹੈ, ਸਾਨੂੰ ਕੋਈ ਨਾਰਾਜ਼ਗੀ ਨਹੀਂ, ਸਾਡੇ ਕਹੇ ਤੇ ਆ ਗਈ ਤੂੰ, ਇਹੀ ਵੱਡੀ ਗੱਲ ਹੈ। ਇਉਂ ਬੀਬੀ ਸੀ ਜਿਹੜੀ ਉਹ ਚੱਲ ਪਈ। ਸੰਗਤ ਵਿੱਚ ਆਈ, ਸੰਗਤ ਵਿੱਚ ਬੈਠੇ ਗੁਰੂ ਜੀ ਵਚਨ ਵਿਲਾਸ ਕਰ ਰਹੇ, ਬੈਠੀ ਰਹੀ ਕੁਝ ਸਮਾਂ, ਨਮਸਕਾਰ ਕੀਤੀ। ਗੁਰੂ ਜੀ ਨੇ ਬੁਲਾ ਲਈ। ਸਿਆਣੀ ਧੀ ਨੂੰ ਕਿਹੜਾ ਪਿਤਾ ਜਿਹੜਾ ਪਿਆਰ ਨਾ ਦੇਵੇ। ਧੀਆਂ ਨੂੰ ਪਿਆਰ ਕਰਨਾ ਨਹੀਂ ਪੈਂਦਾ, ਧੀਆਂ ਪਿਆਰ ਲੈ ਲੈਂਦੀਆਂ ਆਪਣੇ ਆਪ। ਤੁਸੀਂ ਕੌਣ ਹੁੰਦੇ ਦੇਣ ਵਾਲੇ ਪਿਆਰ? ਤੁਸੀਂ ਨਹੀਂ ਦੇ ਸਕਦੇ, ਤੁਸੀਂ ਤੇ ਕੁਝ ਵੀ ਨਹੀਂ ਦੇ ਸਕਦੇ, ਹੈ ਹੀ ਕੀ ਹੈ ਸਾਡੇ ਕੋਲ ਤੇ ਨਫ਼ਰਤ ਤੋਂ ਬਿਨਾਂ। ਪਰ ਉੱਧਰੋਂ ਤੇ ਪੂਰਨ ਗੁਰੂ ਤੇ ਉੱਧਰੋਂ ਧੀ ਵੀ ਪੂਰੀ ਹੋਵੇ ਤੇ ਕੈਸਾ ਮਾਹੌਲ ਹੋਏਗਾ, ਇਹ ਸਿਰਫ ਸਾਧ ਸੰਗਤ ਜੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਿਆ, ਆਪਣੀ ਧੀ ਨੂੰ ਬੜੇ ਪਿਆਰ ਨਾਲ ਬੁਲਾਇਆ
ਤੇ ਕੋਲ ਬਿਠਾ ਲਿਆ। ਗੁਰਮੰਤਰ ਜਾਮੇ ਤੇ ਬੜੀ ਸ਼ਰਧਾ ਨਾਲ ਬੈਠੀ ਤੇ ਗੁਰੂ ਜੀ ਉੱਥੋਂ ਥੋੜਾ ਜਿਹਾ ਅੰਦਰ ਘਰ ਦੇ ਨੇੜੇ ਚਲੇ ਗਏ ਤੇ ਗੁਰੂ ਜੀ ਦੇ ਕੋਲ ਬੈਠੀ ਹੈ ਧੀ ਰਾਣੀ। ਗੁਰੂ ਅੰਗਦ ਦੇਵ ਮਹਾਰਾਜ ਪਿਤਾ ਸਾਥ ਹਿਤ ਕਰ ਮਿਲੀ ਵੜ ਸ਼ਰਧਾ ਧਾਰੇ ਘਰ ਅੰਤਰ ਬੈਠੀ ਨਿਕਟ ਗੁਰੂ ਅੰਤਰ ਜਾਮੀ ਕਹਿਓ ਬੁਲਾਇਓ ਤੁਝ ਨਹੀਂ ਆਈ ਕਿਸ ਕਾਮੀ। ਬੀਬੀ ਅਮਰੋ ਬੇਟਾ ਤੈਨੂੰ ਸੱਦਿਆ ਨਹੀਂ ਕੀ ਕੰਮ ਆਈ ਹੈ? ਕੀ ਗੱਲ ਕਿਵੇਂ ਆਉਣੇ ਹੋ ਗਏ? ਇਉਂ ਪੁੱਛਿਆ। ਬਿਨਾਂ ਦੱਸੇ ਪੁੱਛੇ ਸੱਦੇ ਆ ਗਈ। ਕੀ ਗੱਲ ਧੀਆਂ ਨੂੰ ਏਦਾਂ ਆਉਣਾ ਠੀਕ ਨਹੀਂ ਸ਼ੋਭਦਾ? ਕੀ ਕਾਰਨ ਹੈ ਬੇਟਾ? ਦੱਸ ਕਿਵੇਂ ਆਉਣਿਆ ਹੋਇਆ? ਫਿਰ ਮੁਸਕਰਾ ਪਏ ਤੇ ਕਹਿੰਦੇ ਜੇ ਫਿਰ ਜਿਹਨੂੰ ਲੈ ਕੇ ਆਈਆਂ ਉਹਨਾਂ ਨੂੰ ਨਾਲ ਕਿਉਂ ਨਹੀਂ ਲਈ? ਅੰਤਰਜਾਮੀ ਹੈ ਨਾ। ਚਲੋ ਆ ਗਈ, ਚੰਗਾ ਕੰਮ ਕੀਤਾ, ਠੀਕ ਕੀਤਾ ਬੇਟਾ। ਨਾਲੇ ਸਿੱਖਿਆ ਦੇ ਦਿੱਤੀ ਧੀ ਨੂੰ, ਨਾਲ ਪਰ ਉਹਦਾ ਪਰਉਪਕਾਰ ਦੀ ਸ਼ਲਾਘਾ ਵੀ ਕਰ ਦਿੱਤੀ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਜਿਹੜੇ ਕੰਮ ਲਈ ਆਈਆਂ ਫਿਰ ਉਹ ਕੰਮ ਪਿੱਛੇ ਕਿਉਂ ਛੱਡੇ ਜੀ ਉਹਨਾਂ ਨੂੰ ਬੇਟਾ। ਇਉਂ ਗੁਰੂ ਜੀ ਥੋੜ੍ਹੀ ਥੋੜ੍ਹੀ ਨਾਲ ਸਿੱਖ ਦੀ ਜਿਹੜੀ ਮਾੜੀ ਜੀ ਵੀ ਹਉਮੈ ਨਾ ਜੇ ਝਾੜਦੇ ਰਹਿੰਦੇ ਨਾਲ ਦੀ ਨਾਲ ਹਉਮੈ ਹੰਗਤਾ। ਥੋੜ੍ਹੀ ਜਿਹੀ ਝਿੜਕੀ ਮਾਰ ਦੇਣੀ, ਥੋੜ੍ਹਾ ਜਿਹਾ ਡਾਂਟ ਦੇਣਾ, ਬਸ ਉਹਨੇ 'ਚ ਨਾਲ ਦੀ ਨਾਲ ਝੜ ਜਾਂਦਾ ਹੈ। ਕਿਉਂਕਿ ਹੰਕਾਰ ਬੜੀ ਬੁਰੀ ਸ਼ੈ ਹੈ, ਬੜੀ ਭੈੜੀ ਬਲਾ ਹੈ। ਇਹ ਥੋੜ੍ਹੀ ਜਿਹੀ ਗੱਲ ਤੋਂ ਹੀ ਆ ਜਾਂਦਾ। ਜੋੜਾ ਚੱਕ ਕੇ ਉੱਥੋਂ ਉੱਥੇ ਰੱਖ ਦਿਓ ਕੋਈ, ਬਸ ਸਿਰ 'ਤੇ ਚੜ੍ਹ ਜਾਂਦਾ। ਮੇਰੇ ਵਰਗਾ ਕੋਈ ਸੇਵਾਦਾਰ ਕਿਸੇ ਨੂੰ ਪਾਣੀ ਚੱਕ ਕੇ ਗਲਾਸ ਕੀ ਦੇਤਾ, ਬਸ ਤੋਰ ਬਦਲ ਜਾਂਦੀ ਜਾਂਦੇ ਜਾਂਦੇ। ਇਸ ਲਈ ਇਹ ਨਿਸ਼ਕਾਮ ਹੋਣਾ ਬਹੁਤ ਔਖਾ ਕੰਮ ਹੈ। ਪਰ ਗੁਰੂ ਪਿਤਾ ਜੀ ਆਪਣੇ ਸਿੱਖਾਂ 'ਤੇ ਹੰਕਾਰ ਦਾ ਪਹਿਰਾ ਹੋਣ ਨਹੀਂ ਦਿੰਦੇ। ਥੋੜ੍ਹੀ ਥੋੜ੍ਹੀ ਨਾਲੋਂ ਨਾਲ ਸ਼ੁਭ ਸਿੱਖਿਆ ਦਿੰਦੇ ਰਹਿੰਦੇ ਹਨ। ਹੱਸ ਕੇ ਕਹਿੰਦੇ ਲਿਆ ਬੇਟਾ ਉਹਨਾਂ ਨੂੰ ਬੁਲਾ ਕੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਪਿਤਾ ਜੀ ਮੈਂ ਲਿਆਉਣੀ ਹਾਂ ਜੀ, ਤੁਹਾਡਾ ਹੁਕਮ ਲੈਣ ਲਈ ਆਈ ਸੀ। ਚਾਈ ਚਾਈ ਚਾਵਾਂ ਨਾਲ ਖੁਸ਼ੀ ਖੁਸ਼ੀ ਲੱਦੀ ਬੀਬੀ ਅਮਰੋ ਚਲੀ ਗਈ ਪਰਿਵਾਰ ਦੇ ਜੀਆਂ ਕੋਲ ਪਹੁੰਚੀ ਤੇ ਆਗਿਆ ਤੋਂ ਬਿਨਾਂ ਮਿਲ ਨਹੀਂ ਨਾ ਸਕਦੇ ਸੀ। ਚਾਹ ਤੇ ਜਿੰਨਾ ਮਰਜ਼ੀ ਸੀ ਪਰ ਹੁਕਮ ਬਿਨਾਂ ਮੇਲ ਨਹੀਂ ਹੁੰਦਾ। ਬੀਬੀ ਅਮਰੋ ਜੀ ਆਪ ਗਏ ਨਾਲ, ਕੁਝ ਹੋਰ ਬੀਬੀਆਂ ਚਲੀਆਂ ਗਈਆਂ ਅੱਗੋਂ, ਪਰਿਵਾਰ ਦੇ ਹੋਰ ਸਿਆਣੇ ਪਤਵੰਤੇ ਸਿੱਖ ਚਲੇ ਗਏ। ਸਤਿਕਾਰ ਹੈ ਬਈ, ਰਿਸ਼ਤਿਆਂ ਦਾ ਵੀ ਸਤਿਕਾਰ ਹੈ ਗੁਰੂ ਘਰ ਵਿੱਚ। ਹਰੇਕ ਚੀਜ਼ ਨੂੰ ਬੜੇ ਟਿਕਾਣੇ 'ਤੇ ਗੁਰੂ ਘਰ ਨੇ ਰੱਖਿਆ ਹੋਇਆ। ਬੜੇ ਪਿਆਰ ਨਾਲ ਅੱਗੋਂ ਲੈਣ ਗਏ ਤੇ ਬੀਬੀ ਅਮਰੋ ਆਪ ਲੈ ਕੇ ਆਈ ਹੈ। ਬੜੇ ਅਦਬ ਨਾਲ ਗੁਰੂ ਘਰ ਆਏ, ਦਰਬਾਰ ਵਿੱਚ ਪਹੁੰਚ ਗਏ ਹਨ। ਦਰਸ਼ਨ ਕੀਤੇ, ਸੰਗਤ ਦੇ ਦਰਸ਼ਨ ਕੀਤੇ। ਮੁੱਖ ਕਮਲ ਦੀ ਤਰ੍ਹਾਂ, ਜਿਹੜਾ ਕਮਲ ਦੀ ਤਰ੍ਹਾਂ ਖਿੜਿਆ ਹੋਇਆ ਚਿਹਰਾ ਹੈ, ਨੂਰਾਨੀਅਤ ਰੂਹਾਨੀਅਤ ਦਾ ਭਰਿਆ ਹੋਇਆ। ਦਰਸ਼ਨ ਕੀਤੇ ਸਾਰਿਆਂ ਨੇ। ਰਾਗ ਮੋਹ ਈਰਖਾ ਦੁੱਖ ਸੁੱਖ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਸਹਿਜ ਵਿੱਚ ਵਿਚਰਨ ਵਾਲੇ ਗੁਰੂ ਅੰਗਦ ਦੇਵ ਜੀ। ਗੁਰੂ ਜੀ ਨੇ ਵੇਖਿਆ ਕਿ ਸੰਸਾਰੀ ਸੰਬੰਧ ਹੈ। ਬਾਬਾ ਅਮਰਦਾਸ ਜੀ ਆਏ ਆ, ਬਜ਼ੁਰਗ ਹੈ, ਉਹਨਾਂ ਨੂੰ ਹੁਣ ਟੋਂਦੇ ਵੀ ਹੈ ਵੀ ਦੇਖੀਏ ਕਿੱਥੇ ਕੁ ਖੜੀ ਗੱਲ। ਗੁਰੂ ਜੀ ਬਜ਼ੁਰਗ ਜਾਣ ਕੇ, ਕੁੜਮਾਈ ਜਾਣ ਕੇ, ਰਿਸ਼ਤਾ ਜਾਣ ਕੇ ਆਪ ਗੁਰੂ ਅੰਗਦ ਦੇਵ ਮਹਾਰਾਜ ਖੜੇ ਨੇ, ਪਹਿਲਾਂ ਹੀ ਖੜੇ ਹਨ। ਗੁਰੂ ਜੀ ਨੇ ਅੱਗੇ ਹੱਥ ਦੇ ਕੇ ਆਖਿਆ, ਕਹਿੰਦੇ ਆਓ ਗਲ ਮਿਲੋ। ਇਉਂ ਆਖਿਆ ਮਹਾਰਾਜ ਨੇ। ਬਾਬਾ ਅਮਰਦਾਸ ਜੀ ਨੇ ਹੱਥ ਜੋੜ ਕੇ ਚਰਨਾਂ 'ਤੇ ਡਿੱਗ ਪਏ, ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਆਹਾ ਹਾ, ਗਲੇ ਤਾਂ ਬਰਾਬਰ ਦਿਆਂ ਦੇ ਮਿਲੀਦਾ।
बराबर दे थोड़ा सी तुहाडे। हम रुलते फिरते कोई बात ना पूछता, असी तक कासी जोगे भी नहीं। चरना ते डिग पे ढह पे, सिर रख दिता गुरु दे चरना ते। ਉਚਿਤ ਨਹੀਂ ਕਰ ਮਿਲਨ ਕੇ ਇਹੋ ਦਾਸ ਪਛਾਨੇ। है महाराज अपना अंदास बना लो, अपना गोला रख लो अपने घर का सेवक। तुहाडे गले मिलण दी साडी है नहीं, साडी औकात नहीं, उस तरीके की अवस्था नहीं है। असी तुहाडे बराबर नहीं हो सकते ना। हाँ तुहाडे जूड़ियां दे कोल तुहाडे चरनां 'च थोड़ी जी जगह मिल जे, बस यही वड्डी गल है। बाणी च एवं तो नहीं आख्या राखो राखन हार दयाला, नानक घर के गोले। गुरु अंगद देव महाराज ने जान लिया अधिकारी हन, बड़े प्यार नाल बुलाए, सारिਆਂ ਨੂੰ सत्कार दिता, सुख शांत पुछी, कोल बिठा ले। सारे बैठ गए संगत विच। होर भी कुछ वचन विलास कीते, बड़े खुश होए हन। कुछ क समा बतीत होया ते गुरु जी दे कोल बैठे रहे। इतने नूं लंगर दा रसोईए ने लंगर पानी तैयार कर लिया ते कोल आ गया। गुरु अंगद देव जी ने बेनती की, पातशाह जी लंगर तैयार है, आओ आप जी छको। सारी संगत छके, प्राहुणे आए ये भी छक लैन। महाराज जी सुन के सिख सेवादार की बेनती रसोईए दी उठ गए हन। बाबा बुढ़ा जी वर्गे बजुर्ग, गुरु के प्यार वाले रंग रत्ते, ब्रह्म ज्ञानी तत्त बेते, बचन के बली पूरन महापुरुष वो भी उठे आए, वो भी नाल गुरु जी दे पिछे पिछे चल पे हन। गुरु घर दा निजम लंगर पंगत च बैठ के छकना। पंगत विच बैठ के लाइनां लग गईयां, सारे बैठ गए हन। बाबा अमरदास जी भी विचे संगत दे बैठ गए, उत्थे ही बैठ गए हन। लंगर तैयार हो गया, चौल इत्यादि जो बनी है तरी तुरी सब कुछ तैयार हो गया। सारिਆਂ ਨੂੰ लंगर विच वरता दिता जो बनया है। हाँ बहु गिलान ठानी हृदय इम करत विचारा। बाबा अमरदास जी सोचते हैं, मन च सोचते कि की सोचते, पढ़ो अगे पंगत में। मैं संगत विच बैठा हाँ, हाँ इदा मन विच सोचदा है भी मैं संगत च बैठ गया। जो संगत दे विच बनिया लंगर पानी वो छकना बनता है। मैं गुरु तारन आया हाँ, कोई गल मेरे तो ऐसी ना हो जाए जिहदे नाल गुरु जी की खुशी लैण की बजाय किते नरादरी हो जावे, किते मैनू सिख ही ना बनाउण। इस तरह सोचते हैं। गुरु जी सब जानन हारे हन। जो गुरु जी रसोईए नूं कह के पवा देणगे वो खा लवांगे। मेरे मन दे जानन हार गुरु जी हन। गुरु जी पूर्ण हन, उधार करन वाले हन।
ਜਾਣਾ ਜੋ ਮਨ 'ਚ ਸੋਚ ਰਹੇ ਨੇ ਨਾ, ਗੁਰੂ ਅੰਗਦ ਦੇਵ ਜੀ ਸਾਹਮਣੇ ਬੈਠੇ ਇਹਨਾਂ ਵੱਲ ਵੇਖੀ ਜਾਂਦੇ। ਇਹਨਾਂ ਦੇ ਮਨ ਦੀ ਗੁਰੂ ਜੀ ਨੇ ਜਾਣ ਲਈ ਵੀ ਇਹ ਕੀ ਚਾਹੁੰਦੇ ਹਨ। ਸੂਕਾਰ ਕੋ ਪਰਜਿਓ ਮੁਖ ਬਾਗ ਬਖਾਨਾ ਮਹਾਰਾਜ ਨੇ ਜਾਣਿਆ ਵੀ ਇਹ ਚਾਹੁੰਦੇ ਆ ਵੀ ਗੁਰੂ ਜੀ ਆਪ ਕਹਿ ਕੇ ਮੈਨੂੰ ਕੋਈ ਭੋਜਨ ਦਵਾ ਦੇਣ, ਵੀ ਆਹ ਸ਼ਕਲ ਹੈ ਥੋੜ੍ਹਾ ਜਿਹਾ ਜਿਵੇਂ ਵੀ ਪਰਖ ਜੀ। ਇਹ ਵੀ ਹੈ ਤਾਂ ਇੱਕ ਕਹਿ ਲਓ ਕਿ ਆਦਤ ਹੁੰਦੀ, ਗੁਰੂ ਘਰ 'ਚ ਇਹ ਵੀ ਨਹੀਂ ਚਾਹੀਦੀ, ਪਰ ਬਜ਼ੁਰਗ ਹਨ, ਉਹਨਾਂ ਦੇ ਮਨ ਵਿੱਚ ਵੀ ਹੈ ਵੀ ਉਮਰ ਬੜੀ ਵੱਡੀ ਲੰਘ ਗਈ, ਜ਼ਿੰਦਗੀ ਦੀ ਮੌਕਾ ਮਿਲਿਆ, ਅੰਤਰਜਾਮੀ ਪਾਤਸ਼ਾਹ ਹਨ, ਮੇਰਾ ਭਲਾ ਕਰ ਦੇਣ। ਪੰਕਤ ਬੈਜ ਨਮੋ ਨਰ ਜਿਸ ਦਿਨੋ ਆਹਾਰਾ ਮਹਾਰਾਜ ਕਹਿੰਦੇ ਦਿਓ ਤਵ ਮਾਸ ਕੇ ਸਭ ਸੰਗਤ ਖਾਇਓ। ਉਸ ਵੇਲੇ ਫਿਰ ਉਹਨਾਂ ਨੂੰ ਆਖਿਆ, ਮਹਾਰਾਜ ਕਹਿੰਦੇ ਇਹਨਾਂ ਨੂੰ ਚੌਲ ਦੇ ਦਿਓ, ਖੀਰ ਦੇ ਦਿਓ, ਲੰਗਰ ਦੇ ਦਿਓ, ਹੋਰ ਕੁਝ ਦੇ ਦਿਓ। ਬਿਪਦ ਪੈ ਪੰਕਤ ਉਠੀ ਜਲ ਪਾਨ ਕਰਾਇਓ। ਤੋ ਸਾਧ ਸੰਗਤ ਜੀ ਲੰਗਰ ਪਾਣੀ ਸਭ ਨੇ ਛਕ ਲਿਆ। ਗੁਰੂ ਜੀ ਨੇ ਆਪ ਕਹਿ ਕੇ ਜਿਸ ਤਰ੍ਹਾਂ ਦੀ ਬਾਬਾ ਅਮਰਦਾਸ ਜੀ ਦੀ ਰੁਚੀ ਸੀ ਉਹ ਲੰਗਰ ਉਹਨਾਂ ਨੂੰ ਦਵਾਇਆ। ਆਪ ਮਨ ਕੀ ਗਤ ਗੁਰ ਰਖੀ ਹਰਖੇ ਗੁਰ ਭਾਰੇ। ਇਹ ਜਾਣ ਗਏ ਗੁਰੂ ਜੀ ਨੇ ਮੇਰੇ ਮਨ ਦੀ ਜਾਣ ਲਈ। ਗੁਰੂ ਜੀ ਪੂਰਨ ਸਤਿਗੁਰੂ ਹਨ। ਭੈਪੁਰ ਮੇਰੇ ਉਦੇ ਕੋ ਕਰਤ ਵਿਚਾਰੇ। ਮੇਰੇ ਭਾਗ ਜਾਗ ਗਏ ਹਨ ਜਿਹੜੇ ਮੈਨੂੰ ਐਸੇ ਗੁਰੂ ਮਿਲ ਪਏ ਹਨ। ਹੁਣ ਇਹਨਾਂ ਤੋਂ ਗੁਰੂ ਵੱਡਾ ਮੈਨੂੰ ਦੁਨੀਆ ਤੇ ਨਹੀਂ ਮਿਲੇਗਾ। ਵੱਡੇ ਭਾਗ ਹਨ ਅਗਰ ਮੈਨੂੰ ਆਪਣਾ ਸਿੱਖ ਬਣਾ ਲੈਣ, ਐਸਾ ਗੁਰੂ ਕਦੇ ਮਿਲ ਨਹੀਂ ਸਕਦਾ ਹੈ। ਇਹ ਵਿਚਾਰਾਂ ਕਰਦੇ ਹਨ। ਤੇ ਅੱਗੇ ਆਪਾਂ ਫਿਰ ਹੁਣ ਕੱਲ੍ਹ ਨੂੰ ਸੁਣਾਂਗੇ ਕਿ ਕਿਸ ਤਰੀਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਲੱਗਦੇ ਹਨ, ਕਿੱਦਾਂ ਸੇਵਾ ਕਰਦੇ ਆ। ਸੇਵਾ ਦੇ ਨਾਲ ਕਿਵੇਂ ਇਹਨਾਂ 'ਤੇ ਬਖਸ਼ਿਸ਼ਾਂ ਹੁੰਦੀਆਂ ਉਹ ਵੀ ਆਪਾਂ ਨਾਲੋਂ ਨਾਲ ਸੁਣੀ ਚੱਲਾਂਗੇ। ਨਾਲੋਂ ਨਾਲ ਗੁਰੂ ਅੰਗਦ ਦੇਵ ਜੀ ਦਾ ਜੀਵਨ ਪ੍ਰੇਮ ਨਾਲ ਸੁਣਦੇ ਜਾਈਏ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। हे ਅਚੁੱਤ ਹੈ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼। हे ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। हे ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। हे ਗੋਬਿੰਦ ਹੈ ਗੁਣ